ਮਨੋ ਅੰਗਦ ਨਿਕੰਦਨ ਅਮਰਦਾਸ ਗੁਰ ਹਿਰਦੈ ਸ਼੍ਰੀ ਗੁਰ ਰਾਮਦਾਸ ਗੁਣ ਗੁਰ ਅਰਜਨ ਬਿਗਨ ਬਿਗਨ जगदी जोत हाजरा हजूर ज़हरा जहूर धन गुरु ग्रंथ साहिब महाराज जिन्हां दी निੱਘी गोद विच आप गुरु की साजी नवाजी साध संगत ने पहुँचना कीता है। सतगुरु महाराज जी सब संगतां दी सेवा हाजरी थाए पाउण संध्या दे दीवान की आरंभता हुई है।
ਜਿਸ ਦੇ ਵਿੱਚ ਗੁਰਬਾਣੀ ਦੇ ਸਹਿਜ ਪਾਠ ਕੀਤੇ ਗਏ ਹਨ। ਸਤਿਗੁਰਾਂ ਜੀ ਦੀ ਚੱਲ ਰਹੀ ਲੜੀਵਾਰ ਕਥਾ ਗੁਰੂ ਨਾਨਕ ਦੇਵ ਜੀ ਦੇ ਪਿਆਰ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਦੂਜੀ ਜੋਤ ਆਪ ਨਾਰਾਇਣ ਕਲਾਧਾਰ ਸਤਿਗੁਰੂ ਸਮਰੱਥ ਦੀਨਾ ਬੰਧੂ ਬੜੇ ਪ੍ਰੇਮ ਦੇ ਨਾਲ ਕਥਾ ਸੁਣ ਰਹੇ ਹਨ। ਜਿਸ ਤਰ੍ਹਾਂ ਕੱਲ੍ਹ ਵੀ ਦਾਸ ਨੇ ਅਰਜ਼ ਕੀਤੀ ਸੀ ਸੰਗਤ ਜੀ, ਇਹ ਵੀ ਇੱਕ ਕਮਾਈ ਹੈ ਕਿ ਜਿਸ ਤਰ੍ਹਾਂ ਛੋਟੇ ਜਿਹੇ ਬੱਚੇ ਨੂੰ ਪੁਰਾਣੇ ਸਮੇਂ ਦੇ ਵਿੱਚ ਇੱਕ ਮਿੱਟੀ ਦਾ ਭਾਂਡਾ ਦਿੱਤਾ ਜਾਂਦਾ ਸੀ ਜਿਹਨੂੰ ਕਹਿੰਦੇ ਸੀ ਬੁਗਣੀ, ਅਤੇ ਉਹਦੇ ਵਿੱਚ ਛੋਟਾ ਜਿਹਾ ਛੇਕ ਸੀ ਤੇ ਕਹਿਣਾ ਇਹ ਕੀ ਹੈ, ਤੇ ਮਾਂ ਨੇ ਕਹਿਣਾ ਪੁੱਤ ਇਹ ਭਾਂਡਾ ਇਹ ਤੇਰੀ ਪੂੰਜੀ ਵਾਲਾ, ਕਿ ਤੈਨੂੰ ਪਾਪਾ ਰਿਸ਼ਤੇਦਾਰ ਮਾਸੀ ਮਾਮੇ ਕੋਈ ਵੀ ਪੈਸਾ ਦਿੰਦੇ ਆ ਨਾ, ਤੂੰ ਖਰਚਿਆ ਨਾ ਕਰ, ਇਹਦੇ ਵਿੱਚ ਪਾ ਦਿਆ ਕਰ। ਤੇ ਬੜਾ ਚਾਅ ਹੁੰਦਾ ਸੀ ਉਹਨੂੰ ਖੜਕਾਉਣਾ, ਤੇ ਕਈਆਂ ਨੇ ਤੇ ਸਬਰ ਕਰ ਲੈਣਾ, ਜਦੋਂ ਭਰ ਜਾਣੀ ਉਦੋਂ ਤੋੜਨਾ। ਮੇਰੇ ਵਰਗੇ ਨੂੰ ਸਬਰ ਨਹੀਂ, 2 ਰੁਪਈਏ ਹੋਣੇ ਪਹਿਲਾਂ ਹੀ ਭੰਨ ਲੈਣੀ, ਆਖੋ ਸਤਿਨਾਮ। ਮਾਂ ਨੇ ਕਹਿਣਾ ਨਿਕੰਮਿਆ ਉਹਨੇ ਤੇ ਪੈਸੇ ਨਹੀਂ ਜਿੰਨੇ ਦੀ ਬੁਗਣੀ ਤੋੜਤੀ ਹੈ। ਤੇ ਇਸ ਕਰਕੇ ਸਾਧ ਸੰਗਤ ਜੀ ਉਸ ਚੀਜ਼ ਦੇ ਇਸ਼ਾਰੇ ਵੱਲ ਮੈਂ ਤਾਂ ਧਿਆਨ ਦਿਵਾਇਆ ਤੁਹਾਡਾ ਕਿ ਸਰੀਰ ਵੀ ਇੱਕ ਬੁਗਣੀ ਹੈ, ਇਹਦਾ ਛੋਟਾ ਜਿਹਾ ਮੁੱਖ ਹੈ ਆਪਣੀ ਜ਼ੁਬਾਨ, ਇਹਦੇ ਰਾਹੀਂ ਅੰਦਰ ਜਾ ਰਿਹਾ ਸਾਰਾ ਕੁਝ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਫੁਲਾ ਗਏ ਠਨਕਾ। ਕਹਿੰਦੇ ਭਾਈ ਚੱਲ ਕੁਛ ਨਾ ਕੁਛ, ਜਿੱਦਾਂ ਬੱਚੇ ਨੇ ਇੱਕ ਛੋਟੇ ਭਾਂਡੇ 'ਚ ਬਹੁਤ ਕੁਝ ਪਾਇਆ, ਜਦੋਂ ਫਿਰ ਉਹ ਭਾਂਡਾ ਭਰਿਆ ਤੇ ਉਹਨੂੰ ਥੱਲੇ ਸੁੱਟਿਆ। ਜਦੋਂ ਥੱਲੇ ਸੁੱਟਿਆ ਤੇ ਉਹਦੇ ਵਿੱਚੋਂ ਬੁੱਕ ਭਰ ਕੇ ਮੋਹਰਾਂ ਨਿਕਲੀਆਂ ਤੇ ਬੱਚਾ ਬੜਾ ਖੁਸ਼ ਹੋਇਆ। ਤੇ ਮਾਂ ਕਹਿਣ ਲੱਗੀ ਬੇਟਾ ਇਹ ਤੇਰੇ ਪਾਏ ਹੋਏ ਨੇ, ਤੂੰ ਇਕੱਠੇ। ਮਾਂ ਮੇਰੇ ਹਾਂ ਬੇਟਾ ਤੂੰ ਇੱਕ ਇੱਕ ਕਰਕੇ ਜੋੜਿਆ, ਸਾਰੇ ਤੇਰੇ ਹੈ। ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖਾ ਰੋਜ਼ 25-30 ਮਿੰਟ ਆ ਜਾਇਆ ਕਰ, ਘਰ ਦੇ ਵੀ ਕੰਮ ਕਰ, ਤੈਨੂੰ ਪੱਕਾ ਨਹੀਂ ਗੁਰਦੁਆਰੇ ਪਾਉਂਦੇ। ਏਕ ਘਰੀ ਆਦੀ ਹੋਂ ਤੇ ਥੋੜ੍ਹੇ 'ਚੋਂ ਥੋੜ੍ਹਾ ਸਮਾਂ ਗੁਰੂ ਦੀ ਸੰਗਤ ਵਿੱਚ ਆਇਆ ਕਰ। ਜਿੱਦਾਂ 1-1 ਰੁਪਈਏ ਨਾਲ ਭਾਂਡਾ ਭਰਦਾ ਏ, ਤੂੰ ਰੋਜ਼ ਦਾ 25-30 ਮਿੰਟ ਗੁਰੂ ਨਾਨਕ ਦਾ ਖਜ਼ਾਨਾ ਇਕੱਠਾ ਕਰ ਲੈ। ਜਿੱਦਣ ਤੇਰੀ ਯਾਤਰਾ ਦੁਨੀਆ ਤੋਂ ਪੂਰੀ ਹੋ ਗਈ, ਤੇ ਇੱਕ ਆਮ ਹੀ ਰਿਵਾਜ ਹੈ ਨਾ, ਜਦੋਂ ਆਪਾਂ ਉੱਧਰ ਨੂੰ ਜਾਈਦਾ ਤੇ ਭਾਂਡਾ ਭੰਨਦੇ, ਕਈ ਕਹਿੰਦੇ ਕਈ ਨਹੀਂ ਭੰਨਦੇ। ਭਾਂਡਾ ਭੰਨਣ ਦਾ ਅਸਲ ਕਾਰਨ ਇਹੀ ਹੁੰਦਾ ਹੈ ਕਿ ਇਹ ਜਿਹੜਾ ਰੂਹ ਚਲੇਗੀ ਇਹਨੇ ਦੁਬਾਰਾ ਨਹੀਂ ਆਉਣਾ, ਕਿਉਂਕਿ ਮਿੱਟੀ ਦਾ ਭਾਂਡਾ ਘੜਾ ਟੁੱਟਦਾ ਨਾ, ਜਦੋਂ ਘੜਾ ਦੁਬਾਰਾ ਨਹੀਂ ਜੁੜਦਾ, ਨਵਾਂ ਬਣਾਇਆ ਜਾਂਦਾ। ਆ ਵੀ ਮਿੱਟੀ ਉਹ ਵੀ ਮਿੱਟੀ, ਉਹ ਤਾਂ ਭੰਨਿਆ ਜਾਂਦਾ ਕਿ ਭਾਈ ਆ ਦੇਖ ਲਓ ਜਿਹੜੇ ਨਾਲ ਆਏ, ਜਿੱਦਾਂ ਮਿੱਟੀ ਦਾ ਘੜਾ ਨਹੀਂ ਜੁੜ ਸਕਦਾ, ਜਿਹੜਾ ਤੁਰ ਗਿਆ ਮੁੜ ਨਹੀਂ ਸਕਦਾ। ਇਸ ਕਰਕੇ ਤੁਸੀਂ ਅੱਜ ਵੇਖ ਰਹੇ ਹੋ ਆਪਣੇ ਆਪ ਨੂੰ ਸੀਮਤ ਸਮੇਂ ਵਿੱਚ ਜੋੜੋ, ਜਾਂ ਕਿ ਜਿੱਦਣ ਤੁਹਾਡਾ ਸਰੀਰ ਦਾ ਭਾਂਡਾ ਟੁੱਟੇ ਅਤੇ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਤੁਹਾਡੇ ਜਿਹੜੇ ਸਮੇਂ ਤੁਸੀਂ ਗੁਰੂ ਨਾਨਕ ਦੀ ਕਥਾ ਕੀਰਤਨ ਸੁਣਦੇ ਰਹੇ ਜੇ ਉਹ ਘੜੀਆਂ ਵਿੱਚੋਂ ਨਿਕਲ ਆਉਣ। ਸਾਈ ਘੜੀ ਸੁਲੱਖਣੀ ਜੋ ਯਾਦ ਸਾਈਂ ਦੀ ਗੁਜਰੇ, ਕੌਡੀ ਕੌਡੀ ਨਾਲ ਬੰਦਾ ਬਹੁਤ ਜੋੜ ਲੈਂਦਾ। ਇਸੇ ਤਰ੍ਹਾਂ ਇਹ ਵੀ ਸਮਾਂ 24 ਘੰਟਿਆਂ 'ਚ ਰੋਜ਼ ਦਾ ਤੁਸੀਂ 1 ਘੰਟੇ ਵਿੱਚ ਆਪਾਂ ਨੂੰ 1000 ਸਵਾਸ ਆਉਂਦਾ। ਕਿੰਨਾ ਜੀ? 1000 ਮੰਨਿਆ ਗਿਆ ਕਿ 24 ਘੰਟੇ ਆ, ਤਾਂ ਕਰਕੇ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਖਸ਼ਿਸ਼ ਕੀਤੀ। 24,000 ਅੱਖਰ, 24 ਅਸ਼ਟਪਦੀਆਂ ਅਤੇ 24 ਸਲੋਕ। ਅਤੇ ਮਹਾਰਾਜ ਕਹਿੰਦੇ ਜਿਹਨੇ ਪਿਆਰ ਨਾਲ ਇੱਕ ਸੁਖਮਨੀ ਸਾਹਿਬ ਰੋਜ਼ ਪੜ੍ਹਿਆ, ਉਹਦੇ 24 ਘੰਟੇ ਗੁਰੂ ਨਾਨਕ ਦੇ ਘਰ ਦੇਖੇ ਲੱਗੇ। ਇਸ ਕਰਕੇ ਮਹਾਰਾਜ ਕਹਿੰਦੇ 1 ਘੰਟੇ 'ਚ 1000 ਸਵਾਸ ਆਉਂਦਾ ਹੈ, ਅਤੇ ਆਪਾਂ ਰੋਜ਼ 1 ਘੰਟਾ ਕਥਾ ਇੱਥੇ ਸਰਵਣ ਕਰਦੇ ਹਾਂ, ਯਾਨੀ 1000 ਰੋਜ਼ ਦਾ ਤੁਹਾਡਾ ਜਮ੍ਹਾਂ ਹੋ ਰਿਹਾ। ਇਹ ਤੁਹਾਨੂੰ ਮਿਲਣਾ ਹੈ, ਕਿਉਂਕਿ ਜੋ ਵੀ ਆਪਾਂ ਦਾਨ ਪੁੰਨ ਕਰਦੇ ਉਹ 10 ਗੁਣਾ ਵੱਧਦਾ। ਇੱਕ ਪੰਕਤੀ ਆਉਂਦੀ ਹੈ 993 ਅੰਗ 'ਤੇ ਮੇਰੇ ਖਿਆਲ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ, ਉੱਥੇ ਮਹਾਰਾਜ ਕਹਿੰਦੇ ਅਜੇ ਸੋ ਰੋਵੈ
ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਰਾਜਾ ਅਜੇ ਹੋਇਆ ਬੜਾ ਵੱਡਾ ਦਾਨੀ ਸੀ, ਜੱਗ ਕਰਦਾ ਸੀ, ਤੇ ਇੱਕ ਦਿਨ ਐਸੀ ਰੱਬ ਦੀ ਖੇਡ ਵਰਤੀ, ਜੱਗ ਸੰਪੂਰਨ ਹੋਇਆ। ਸ਼ਾਮਾਂ ਨੂੰ ਆਪਣੇ ਘੋੜਿਆਂ ਦੇ ਤਬੇਲੇ ਵਿੱਚ ਗਿਆ। ਉਸ ਤਬੇਲੇ ਦੇ ਵਿੱਚ ਇੱਕ ਰੱਬ ਦਾ ਪਿਆਰਾ ਰਿਖੀ ਆ ਗਿਆ। ਕਹਿੰਦਾ ਰਾਜਾ ਬਖਸ਼ਾਮ ਦੇਹੀ, ਕਹਿੰਦਾ ਕੱਲ੍ਹ ਨੂੰ ਆਈ, ਫੇਰ ਆਈ ਜਿੱਦਣ ਜੱਗ ਕੀਤਾ। ਅੱਜ ਜੱਗ ਸੰਪੂਰਨ ਹੈ, ਤੂੰ ਲੇਟ ਆਇਆ ਏ। ਉਹ ਵੀ ਖਹਿੜੇ ਪੈਣ ਵਾਲਾ ਸੀ। ਕਹਿੰਦੇ ਨਹੀਂ, ਮੈਨੂੰ ਅੱਜ ਹੀ ਦੇ ਦਿਓ, ਅੱਜ ਹੀ ਦੇ ਦਿਓ। ਤੂੰ ਮਨ ਦੇ ਵਿੱਚ ਬੜਾ ਗੁੱਸਾ ਆਇਆ। ਕਹਿੰਦੇ ਹੁਣ ਇੱਥੇ ਤੇ ਲੇਦੀ ਆ। ਫਿਰ ਉਹ ਵੀ ਅੱਗੋਂ ਬੰਦਗੀ ਵਾਲਾ ਸੀ। ਕਹਿੰਦਾ ਅੱਜ ਮੈਂ ਮੁੜਨਾ ਨਹੀਂ, ਜੋ ਹੈਗਾ ਉਹ ਹੀ ਦੇ ਦੇ। ਕਈ ਵਾਰੀ ਬੰਦੇ ਤੋਂ ਜਾਣੇ ਅਣਜਾਣੇ 'ਚ ਇੱਦਾਂ ਦਾ ਕਰਮ ਹੁੰਦਾ, ਉਹਦੀ ਜਦੋਂ ਸਜ਼ਾ ਮਿਲਦੀ ਹੈ ਤਾਂ ਰੂਹ ਕੰਬਦੀ ਹੋ ਜਾਂਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਉਹਨੇ ਲਿੱਦ ਦਾ ਸ਼ਾਬਾ ਭਰਿਆ ਅਤੇ ਉਹਨੂੰ ਪਾ ਦਿੱਤਾ। ਉਦੋਂ ਉਮਰਾਂ ਬਹੁਤ ਵੱਡੀਆਂ ਸਨ। ਸ਼੍ਰੀ ਰਾਮ ਚੰਦਰ ਜੀ ਦੀ ਅੰਸ਼ ਬੰਸ ਦੇ ਵਿੱਚੋਂ ਹੋਏ। ਆਖੋ ਸਤਨਾਮ। ਰਾਜਾ ਅਜੇ ਉਦੋਂ ਉਮਰ ਸੀ 10,000 ਵਰਾ, ਇੱਕ ਬੰਦੇ ਦੀ 10,000 ਵਰਾ। ਅਤੇ ਜਦੋਂ ਕਹਿੰਦੇ ਕੁਝ 400-500 ਸਾਲ ਦੇ ਬਾਅਦ ਉਹ ਗਏ ਜੰਗਲ ਦੇ ਵਿੱਚ ਸ਼ਿਕਾਰ ਖੇਡਣ, ਅਤੇ ਦੂਰ ਚਲੇ ਗਏ ਅਤੇ ਇੱਕ ਕੁਟੀਆ ਦੇ ਨੇੜੇ ਪਹੁੰਚ ਗਏ। ਉਹ ਕੁਟੀਆ ਸੀ ਮਹਾਂਪੁਰਖ ਦੀ, ਅਤੇ ਉੱਥੇ ਲਿੱਦ ਦਾ ਢੇਰ ਲੱਗਾ ਪਿਆ ਬੜਾ ਵੱਡਾ। ਅਤੇ ਉਹਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਮੇਰੇ ਰਾਜ ਦੇ ਵਿੱਚ ਕਿਹੜਾ ਰਾਜਾ ਏ ਜਿਹਨੇ ਇੰਨੇ ਘੋੜੇ ਰੱਖ ਲਏ, ਵੀ ਮੈਂ ਇਕੱਲੇ ਦੇ ਕੋਲ ਇੰਨੇ ਘੋੜੇ ਆ ਅਤੇ ਮੇਰੇ ਰਾਜ ਦੀ ਹੱਦ ਹੋਵੇ ਅਤੇ ਇੱਕ ਘੋੜਿਆਂ ਦਾ ਪੈਰ ਕੋਈ ਨਹੀਂ ਦੀਦਾ ਅਤੇ ਲਿੱਦ ਦਾ ਢੇਰ ਲੱਗਾ ਏ। ਅੰਦਰ ਕੁਟੀਆ ਦੇ ਵਿੱਚ ਗਿਆ ਅਤੇ ਉਹ ਮਹਾਂਪੁਰਖ ਜੁੜਿਆ ਬੈਠਾ। ਆਓ ਜੁੜੀਏ ਸਾਰੇ ਜੀ। ਵਾਹਿਗੁਰੂ 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 ਕਈ ਵਾਰੀ ਇੱਦਾਂ ਦੀਆਂ ਰੂਹਾਂ ਮੱਥਾ ਟੇਕ ਕੇ ਨਾ ਰੋਣ ਲੱਗ ਪੈਂਦੀਆਂ।
कई कहणगे ज्ञानी जी बाबा जी बड़े दुखी है, पर इस जन्म में कोई कर्म माड़ा नहीं किया। पर तुसी बाणी पढ़ते हो, कोले रहने हो, इदां क्यों हुंदा है? एक पंक्ति आउंदी है साध संगत जी, पूर्व जन्म के मिले संजोगी। दरअसल पिछले जन्म भी अपने विच शामिल हो रहे हैं। जिस तरह धृतराष्ट्र जिहड़ा सी ना, वो जन्म तो अन्ना सी, अन्ने दा जन्म होया उहदा। तीन ताप ने, आद व्याध ते, बोलो जी, आद व्याध ते उपाद। तीन ताप बंदे नूं लगे। आद उहनूं कहंदे जिहड़े जम्मदे गूंगे है, जम्मदे विचारियां दे कईयां दे अंदर दिल दा वाल नहीं हुंदा है ना, तो इस करके वो जम्मदा ही अन्ना सी। उन्होंने जो महापुरख किसी रिखी नूं पुछया भी बच्चा बड़ा सुनखा है तो अन्ना क्यों है, उन्हें सुरत जोड़ के आख्या कि पिछले जन्म दे विच इन्हें एक टिड्ड नूं पकड़िया, बच्चा सी, ते उस टिड्ड दियां दोवां अखां 'च सूल मारी इन्हें। हाँ जी, कर्म बन गया ना। गुरु नानक साहब भी कह रहे, कर्मी आपो अपनी, कि जिहड़ा आपां कर्म कर बैठे हैं किते ना किते वो अपने को शामिल हो जाता। दूसरा उस रिखी ने क्या कहन लगे, अखां तो अन्ना जरूर है, इहदा 100 पुत मरूगा। कमाल हो गया। बच्चा तो एक जवान मर जे तो बंदे का घर कंब जाता है। उन्हें ये भी भविष्यवाणी की, कहते इहदा 100 पुत 100 का 100 ही मर जाना। हुण वो वक्त कदों आया जो महाभारत छिड़ी जंग, 100 का 100 बेटा ही मारिया गया, जिन्हों गुरु ग्रंथ साहिब दे विच लिखिया, मेरी मेरी कैरों करते दरजोधन से भाई, 12 जोजन छत्र चलै था देही गिरजन खाई। सर्ब सोइन की लंका होती रावण से अधकाई, कहाँ भयो दर बंद हाथी खिन में भई। इत्थे कहते सोने के घर सी, जिन्हां दे सोने के चुमचे, सोने दीयां कुर्सियां, वो भी रोंदे गए, तू कातों उदास हो के बह गया, तू कातों प्रवाह करी जाना, मैं गरीब हाँ, मेरा की बनेगा, चुप करके प्यारे दे गुण गा। उहदा कारण सी, कहंदे पिछले जन्म दे विच भी एक यात्री यात्रा ते चले, उन्हां दा बच्चा कोई नहीं सी जी। गुरु साहब किन्ना कुछ दे रहे आपां नूं, पर आपां काले पैने आ। उन्हें की किया, हंस ते हंसनी का 100 बच्चा पालिया, 100 बच्चा पालिया, तो यात्रा ते गए, तो रस्ते च इन्हां दा आश्रम आया, तो उत्थे वो बच्चा छड्ड गए। रजवाड़े दे विच कहंदे असीं यात्रा करके आवांगे, अपने बच्चे लै जाएंगे। हुण उत्थे राजा सी, पर पुरातन कथा पहले जन्म की। कई बारी आपां इदां दी रूह वेणे गुरुद्वारे के बाहर बैठी भी, उन्हां दा शरीर वेख के आखीदा वाहगुरू सतगुरु नानक बख्श ली। ये भी मनुखी जामा है। एक सज्जन मैनू सवाल किया, कहते जी एक पंक्ति आउंदी रह रास दे विच, भई प्राप्त मनुख देहरीआ गोविंद मिलन की। ते जेड़े कहते पहला ही लत्तां नहीं हैगियां ते शरीर कुछ है, तो उन्हां दी काहदी मनुख देहरीआ, किद्दां नाम जपणगे, टोकरी ढोणगे। ये तो गलत लिखिया है। सवाल ते सवाल नहीं प्यारिओ, ध्यान नाल सुणिओ। उन्हें की किया, मांस खांदा सी, इहो ही पुरातन च पहले जन्म की कथा। एक दिन शिकार ना लभा, तो इहदा जिहड़ा रसोईया सी ना, उन्हें एक हंस का बच्चा मार के खवाता। हुण हंस का मांस इन्ना स्वाद सी भी कोई भी बंदा, जिहड़े वड्डे लोग रसोई वाले बंदे नूं बड़ा प्यार करते हैं। हुण जदों जुबान का चस्का पूरा होया, कहंदा अज तां इन्ना स्वाद भोजन बनाया, उन्हें इनाम देता। हुण जिहड़ा लालच है ना, लालच एडी भैड़ी चीज़ है। मारे सच्चे पातशाह कहंदे हल्के कुत्ते की तरह लालची बंदा, जिद्दां हल्का कुत्ता अपने मालक नूं कट जांदा, जिहड़ा लालच है कई बारी एडे अनमोल रिश्ते हुंदे जिन्हां नूं खराब करके रख दिंदा लालच। तो इस करके साध संगत जीओ, उन्हें की कीता भी वो शाबाशी दई गया, उहदे अंदर इन्ना क लालच भर गया, उन्हें 100 का 100 ही खवा छड्डिया। हुण जदों यात्रा तो वापस आए, कहंदे साडे बच्चे कित्थे है, ते उन्हें जिहड़ा 2 हिस्से मिलिया सी ना माया, उहदे चों 2.5 हिस्सा, तीजा थोड़ा जिहा हिस्सा पैसे कढे, उन्हां दी तली ते रख के कहंदा लै होर बच्चे लै लिओ, वो नहीं लभणे। हर एक चीज़ पैसे नाल नहीं मिलती। जे वेखीए ना, कुछ ऐसे अनमोल रिश्ते हुंदे जिहड़े पैसे नाल नहीं कर्मां नाल मिलदे। जे आखो सतनाम।
पैसा तो एक कहावत है भी कंजरां दे वेड़े भी बहुत हुंदा पर दिल किसे किसे को हुंदा है। हर एक चीज़ वैसे अज लोग कहते जी सब कुछ पैसा ही है, मैं कहना नहीं। जिदन तुहाडे को पैसा आऊगा उदन तुहाडे जिहड़ा दिल दे करीब वो ना दिसूगा, उहनूं कित्थों लभोगे, किहड़े बाजार दे विच्चों लिआओगे। नहीं साध संगत जीओ, उस वेले की कीता, कहंदे तुसीं नवें बच्चे लै आओ, ਉਹਦੇ ਮੂੰਹ ਚੋਂ ਬਦਦੁਆ निकली। ਕਹਿੰਦੇ ਬੱਚੇ ਕਿੱਥੇ ਐ, ਕਹਿੰਦੇ ਖਵਾਤੇ। ਉਹਦੇ ਅੰਦਰੋਂ ਬਦਦੁਆ निकली, ਕਹਿਣ ਲੱਗਾ ਸਾਡਾ 100 ਪੁੱਤ ਖਵਾਉਣ ਵਾਲਿਆ ਤੇ ਜਿੰਨੇ ਖਾਧਾ ਹੈ ਜਿੱਦਣ ਇਹਦਾ 100 ਮਰਿਆ ਇਹਨੂੰ ਫੇਰ ਪਤਾ ਲੱਗੂ। ਕਰਮ ਬਣ ਗਿਆ ਨਾ। ਇਸ ਕਰਕੇ ਰਾਜਾ ਅਜੇ ਉਸ ਕੁਟੀਆ 'ਚ ਗਿਆ, ਉਹ ਰੱਬ ਦਾ ਪਿਆਰਾ ਆਪਣਾ ਜਾਪ ਕਰ ਰਿਹਾ ਸੀ ਤੇ ਜਾ ਕੇ ਕਹਿੰਦਾ ਰਿਖੀ ਜੀ ਇੱਥੇ ਤੇਰੇ ਕੋਲ ਕੋਈ ਹੋਰ ਵੀ ਰਾਜਾ ਆਉਂਦਾ ਹੈ। ਤੇ ਉਹ ਰਿਖੀ ਕਹਿੰਦਾ ਮੈਂ ਆਪ ਹੀ ਰਾਜਾ ਹਾਂ। ਆਖੋ ਸਤਨਾਮ ਸ੍ਰੀ। ਕਹਿੰਦਾ ਤੂੰ ਰਾਜਾ ਹੈ? ਕਹਿੰਦਾ ਹਾਂ, ਕਦੀ ਮੰਗਿਆ ਮੈਂ ਨਹੀਂ, ਫੌਜਾਂ ਮੈਂ ਨਹੀਂ ਰੱਖੀਆਂ, ਖਜ਼ਾਨਾ ਮੇਰੇ ਕੋਲ ਨਹੀਂ, ਮੈਂ ਦਿਲ ਦਾ ਰਾਜਾ ਹੈ। ਕਹਿੰਦਾ ਰਿਖੀ ਜੀ ਪਰ ਮੈਨੂੰ ਚਿੰਤਾ ਵੱਧ ਗਈ ਹੈ ਵੀ ਮੇਰੇ ਵਿਰੁੱਧ ਕਿਹੜਾ ਆ ਗਿਆ, ਲਿੱਦ ਕਿੱਥੋਂ ਆਈ। ਰਿਖੀ ਜੀ ਹੱਸ ਪਏ, ਕਹਿੰਦੇ ਇਹ ਤੇਰੀ ਦਿੱਤੀ। ਆਖੋ ਸਤਨਾਮ। याद कर कोई 500-600 वरा पहला तेरे घर मैं गया सी ते तेनों मैं क्या मैनू दान दे कोई। इत्थे इन्नी बरीकी है संगते, आपां मन्नीए ना मन्नीए गुरु घर बैठे हैं ना, एक प्रसाद देण वाले दी भी ड्यूटी एडी सख्त है जे समझे। इतिहास भरिया पिया, मेरे वर्गा देग ते बैठा, मैं खुद 3-4 साल देग ते बैठा। तो कोई दसवंध लैके आया गड्ढा भर के लंगर च, ते कथा चल रही तो उन्हें सोचा भी प्रसाद लै आवां। प्रसाद की बड़ी वड्डी महानता, आपां नूं ते पता ही कुछ नहीं। हुण कई तो पहलों कहणगे वाहिगुरू नहीं लैना, जे कई ऐ उंगल करके कहणगे इन्ना क, कई बार निशान साहिब ते रख दिंदे। अकबर बादशाह गोइंदवाल साहिब पहली बार आया तो उन्हें 3 वारी प्रसाद खाधा। आखो वाहिगुरू। कहना बड़ा हलवा स्वाद है, ये उन्हां वास्ते है जिन्हां दे दंद नहीं हैगे। तो बीरबल कहन लगा नहीं जापना, ये दंद जिन्हां दे उन्हां वास्ते नहीं, ये गुरु नानक दे घर दी मर्यादा है, ये सारिआं नूं इहनूं प्रसाद कहंदे, सारे ही छक सकदे। आखो सतनाम। ये किधर चले गई अज सारियां चीज़ां। नास्तिक पुणे वधदा जांदा जी। बौली च कातों इशनान करते हैं, नितनेम कातों करना है, अमृत कातों छकीदा, देग च भोग कातों ला, ये कोई गल है। प्यारे दी कहानी ध्यान ना सुनियो साध संगत जी। आखो सतनाम श्री। कहंदा भाव कहंदे भी राजा तेरा दिता ही है। तो मैं बचन करदा सी भी मेरे वर्गा प्रसाद ते बैठा, तो भावना वाला कहंदा बाबा छेती देग दई, मेरा गड्ढा खड़ोता जुड़िया होया विच उहदे लट्ठा जां टट्ठा आपां शब्द रतदे आपो अपनी बोली है, कई सीधा बैठका कह दिंदे है। कहंदे भी मेरा टट्ठा जिहड़ा है वो विच उहदे जुड़िया है ते मैनूं छेती गफ्फा दे दे, मैं घरे जाना है। तो मेरे वर्गा किते जिद्दां अज मस्या हवा सवेर दा किते खपिया होवेगा, वो अगों कहंदा की रिछ वांगू तड़फी जाना है, की रिछ वांगू तड़फदा, बह जा देग दे दिन्ने आ। वो थल्ले इदां किणका पिया सी, उहने चक्या अपनी जुबान दे उत्ते रखिया, कहंदा मैं क्यों रिछ रिछ तू बने। वो एडे पातशाह दे कोल रह के भी सड़े पे लोकी ते दुखी तपे सड़े गुरु घर आउंदे भी इत्थे शांति मिले, ते तू गुरु दे कोले रह के सड़िया पिया। कमल दा फुल चिक्कड़ दे विच ते भौरे दूरों आए है, पर मेरे वर्गा डड्डू थल्ले कोले रह के भी आनंद नहीं माण सकिया। कर्मां वाले जे तुसीं करियो किरपा। वाहिगुरू 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 पातशाह दी है। वो फिर रिछ बनया तो इदा तमाशा दिखावे दे भाई कीरतिया बापू जी वांगू चौर की सेवा करे। गुरु गोबिंद सिंह महाराज साहब कहते दिखा तमाशा कलंदर। जदों संगत हसे तो भाई कीरतिया इन्ना हसिया वो हाथ चों चौर साहब छुट गया। तो मेरे गुरु गोबिंद सिंह कहते भाई कीरतिया बड़ा खुश है अज, कहते पातशाह ये बड़ा हसाउंदा ही, बड़ा तमाशा करदा ही। मारे कहते ये पछाणदा इनू तो, कहते महाराज रेसी है। महाराज कहते नहीं चंगी तरह वेख ला तेरा खास रिश्तेदार है।
कहते महाराज किते पशु भी मनुखों के रिश्तेदार होंदे है। महाराज कहते तेरा बहुत नेड़ियों है। कथा महाराज के ग्रंथ में लिखी पई। कहता महाराज की नेड़ियों है। हजूर गुरु गोबिंद सिंह कहते जे असीं दसता तो तू हसदे हसदे रोन लग पैना। कहते महाराज इदा किदा हो सकता मैं रोन लग पा। मैं क्यों रोवां, रोन मेरे दुश्मन। मेरे गुरु गोबिंद सिंह पातशाह कहते रिछ फिर तेरा प्यो ही। जदों इन्नी गल कही तो मत्थे ते तेड़ी पै गई। चौर साहब रखता। कहते महाराज मैं चलिया। मैं तुहानूं इस दरबार की महानता दस रहा जिथे बैठे आपां। ये किदां बने दरबार तत्तियां तवियां ते बह के सिर च रेता पवा के एवें नहीं सजदा हुंदा। जिस दर को देख कर सर ना झुके उसे दर नहीं कहते, जो दर दर पे झुक जाता उसे सर नहीं कहते। ये कर्मां वाले आपां सारे जिहड़े रोज़ गोदी च आके बहिने, गोदी किते भागां ना मिलदी जे। आपां एक दूजे ले वेखीदा जां रुमाला साहब जां आखीदा भी वधिया इत्थे माहौल, पर कभी तख्त ते बैठे गुरु अर्जन साहब का ध्यान धरिया करो। आखो धन श्री गुरु अर्जन देव जी महाराज। सारे भेज के धन श्री गुरु, धन श्री गुरु महाराज। सच्चे पातशाह कहते भाई कीरतिया तू तो कहता सी रोना नहीं, भजन कित्थे लगा। कहते पातशाह जे तेरे घर सेवा करके ते रिछ कुत्ते ही बनना तो की फायदा गुरुद्वारे। बहुती संगत कहू जे बाबा जी कर्म ही नहीं बदलने, लेखा ही नहीं बदलना तो फिर देगां कराइयां ते रुमाले चढ़ा के गुरुद्वारे की लैन। नहीं प्यारे इदा नहीं, निराशता च नहीं जाना। मेरा गुरु बड़ा बेअंत सरकारी मोहर पुठी है, पर जो कागज ते लगदी ते सिद्धि हो जाती है। इस तरह महाराज कहते तू आया कर, किते गुरु साहब तेरे ते त्रुठ पैणगे, तेरे पुठे भाग भी सीधे कर देंगे। वड्डी बख्शिश मारे कीती। कहते भज्या क्यों। कहते पातशाह मेरे प्यो ने 20-22 साल सेवा की इस घरे, तो रिछ बनया फिरदा है तो मैं बांदर ही बनूँगा। मैं नहीं करनी कुरनी तेरे घर की सेवा। महाराज ने प्यार ना बुकल च लैके आख्या नहीं भाई कीरतिया, ये घर देंदा भी बड़ा कुछ है, तो जे गलती हो जाए तो फिर लैंदा भी बड़ा कुछ है। क्योंकि सिर लग के गुरुद्वारे बने, किते एवें थोड़ी ना बन गए। लोग तुरे फिरदे थां थां ते मड़ियां मट्टां कवरियां डेरियां दे विच कोई इतिहास थोड़ा। मैं पुछदा हुन्ना भी तुसीं उत्थे जाने मैनूं इतिहास दस्सिओ। कहंदे जी नहीं, उत्थे साडी शरद होवे इतिहास ते दसो कोई। क्योंकि किहड़ा तत्तियां तवियां ते इन्नी गर्मी च एसी च दो चलन दा तां गर्मी पसीना है। किहड़ा बापू वांगू अपने केस खोल के चौंकड़ा मार के कहंदा तेरा कीया मीठा लागै हर नाम पदार्थ। किहड़ा चरखड़ी ते चढ़ के बाणी पढ़दा है। लोकां दे कोले पखंड है, धूफ लाचियां ते जल है जां धागे है। तुहाडे प्यो वर्गा इतिहास नहीं किसी कोले। कोई माई दा लाल कवे मैं फलाने थां गया जी मैनूं इतिहास मिलिया, पुत देण वाला ते तवी ते बहण वाला एक मेरा बाप है। ये इतिहास कितों नहीं तुहानूं मिलना, ये मिलूगा इत्थों। तो महाराज कहंदे भाई तेरे बाप की सेवा च कमी नहीं, पर इन्हें एक छोटी जी गलती की भी। वो जिहड़ा प्रशाद लैन आया सी वो भी बड़ा बंदगी वाला सी, नितनेमी पक्का सी, दसवंध कढ़दा सी माया दा। जे मेरी 10,000 रुपये है तो 1,000 रुपया मेरा दसवंध बनता गुरु का, वो मैनू देना पैना। तो महाराज के बचन भी होए सी भी जो बाबे को दान ना दे है ताको वह बाबर के लै। भी जिहड़ा ते ईमानदारी ना दे दूगा तो चढ़दी कला, नहीं तो मैं डॉक्टरां राही दवाऊँ। आखो सतनाम। उत्थे इदां बैठे होईदा ढिले जे करा दिओ 20,000 जमा करा दिओ 60,000। एक तुहाडा होर टैसट लिखिया 18,000 का वो है, चुप करके देई जाने। इत्थे किते संगत आउंदी होवे ते पानी की छबील लाउणी होवे ते किलो खंड नहीं कदे दित्ती। आखो हाँ जी, एक भावना हुंदी है संगते, प्यार करो पुन दान जो बीज दे सब धर्म राए कै जाई। महाराज कहंदे वो तो गलती हुई, वो बंदगी वाला सी। ते गुरु च सुखमणी साहब च महाराज कहंदे प्रभ जी बसै, वो बंदगी वाले दे मूँह चों निकल गया मैं क्यों रिछ बना, रिछ तू बने। मैं तो देग ही मंगी सी ते ओहदे बचन टल हो गए। इस दरबार च रहमतां बहुत वरदियां जे, इस करके एक एक मिनट तुरदियां बहिंदियां उठदियां ध्यान दे नाल विचरना। जे ते किते चंगी सुरत होई ते तार देगा। इस करके मेरे सच्चे पातशाह मारे कृपा करन। आप उत्थे पहुँचे सी अजय राजे को। कहंदा लिद कित्थों आई है, कहंदा तेरी दिती है। कहंदा मैं तो एक शाबा दिता सी।
ਇਹ ਤੇ ਢੇਰ ਲੱਗਾ ਪਿਆ। ਤੇ ਮਹਾਂਪੁਰਖ ਕਹਿੰਦੇ ਕੋਈ ਵੀ ਕਰਮ ਆਪਾਂ ਕਰਦੇ ਚੰਗਾ ਜਾਂ ਮਾੜਾ ਉਹ 10 ਗੁਣਾ। ਜੇ ਤੁਸੀਂ ਰੋਜ਼ 50 ਮਿੰਟ ਬਹਿੰਦੇ ਆ ਤੇ 50 ਨੂੰ ਗੁਣਾ ਕਰਿਓ 10 ਨਾਲ। ਜਿੱਦਣ ਆਪਣੀ ਬਾਡੀ ਨੇ ਡੈਥ ਹੋ ਜਾਣੀ, ਆਪਣੀ ਇੱਦਾਂ ਸੌਂ ਜਾਣਾ ਆਪਾਂ, ਉਦਣ ਜਾ ਕੇ ਜਿਹੜੀ ਤੁਹਾਡੀ ਬੰਦਗੀ ਵਾਲੀ ਜਗ੍ਹਾ ਇਹਨੇ 10 ਗੁਣਾ ਵੱਧ ਜਾਣਾ। ਉੱਥੇ ਦਰਗਾਹ ਦੇ ਵਿੱਚ ਜਾ ਕੇ, ਕਿਉਂਕਿ ਸੱਚਖੰਡ ਦਾ ਦੂਜਾ ਰੂਪ ਇੱਥੇ ਬਣਾਇਆ ਮਹਾਰਾਜ ਦੀ ਤਾਬਿਆ 'ਚ। ਤੇ ਮਹਾਰਾਜ ਕਹਿੰਦੇ ਜਿਹੜਾ ਇੱਥੇ ਨਹੀਂ ਬਹਿੰਦਾ ਉਹਨੂੰ ਅੱਗੇ ਵੀ ਥਾਂ ਨਹੀਂ ਮਿਲਣੀ। ਭਾਈ ਡੱਲੇ ਨੇ ਆਖਿਆ ਸੀ ਮਹਾਰਾਜ ਬੋਰੀ ਭਰ ਕੇ ਮੋਹਰਾਂ ਦੇ ਦਿੰਦਾ, ਮੈਨੂੰ ਦਰਗਾਹ 'ਚ ਬਹਿਣ ਜੋਗੀ ਜਗ੍ਹਾ ਦੇ ਦਿਓ। ਗੁਰੂ ਗੋਬਿੰਦ ਸਿੰਘ ਕਹਿੰਦੇ ਸੰਗਤ 'ਚ ਬੈਠਾਂ ਕਦੇ? ਤੇ ਗੁਰਬਾਣੀ ਪੜ੍ਹ ਕੇ ਵੇਖ ਲਓ ਮੇਰੇ ਮਾਧੋ ਜੀ। ਮਹਾਰਾਜ ਕਹਿੰਦੇ ਟੀਵੀ ਤੇ ਕਥਾ ਕੀਰਤਨ ਆਉਂਦਾ ਏ, ਬਹੁਤ ਵਧੀਆ ਲਾਈਵ ਚੱਲਦਾ ਏ, ਪਰ ਸੰਗਤ ਕਿੱਥੋਂ ਲੱਭੇਗਾ? ਹੁਣ ਆਪਾਂ ਟੀਵੀ ਦੇ ਵਿੱਚ ਭੋਜਨ ਪਿਆ ਹੋਵੇ ਤੇ ਕਿੱਦਾਂ ਛਕਾਂਗੇ? ਉਹ ਤਾਂ ਟੇਬਲ 'ਤੇ ਚਾਹੀਦਾ ਨਾ। ਹੁਣ ਆਪਾਂ ਸੌਖੇ ਤਰੀਕੇ ਲੱਭ ਲਏ ਜੀ, ਮੋਬਾਇਲ 'ਤੇ ਸੁਣ ਲਈਦਾ, ਟੀਵੀ 'ਤੇ, ਪਰ ਸੰਗਤ ਗਵਾਚ ਗਈ। ਤੇ ਸੰਗਤ ਤੋਂ ਬਿਨਾਂ ਕਿਤੇ ਵੀ ਪਰਉਪਕਾਰ ਨਹੀਂ ਹੈਗਾ। ਮਹਾਰਾਜ ਆਪ ਸੰਗਤ ਕਰਦੇ ਰਹੇ। ਗੁਰੂ ਅਰਜਨ ਸਾਹਿਬ ਸੰਗਤ ਦੇ ਜੋੜੇ ਝਾੜਦੇ ਰਹੇ, ਆਖੋ ਸਤਨਾਮ। ਤੋ ਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਸੰਗ ਵੀ ਬੜਾ ਪਿਆਰਾ ਚੱਲ ਰਿਹਾ। ਉਹ ਚੱਲੀਏ ਪਾਕਿਸਤਾਨ ਦੀ ਧਰਤੀ, ਬਾਬੇ ਦੇ ਨਗਰ ਰਾਏ ਭੋਏ ਦੀ ਤਲਵੰਡੀ ਵੱਲ ਨੂੰ। ਸਾਰੀ ਸੰਗਤ ਇਸ ਕਰਕੇ ਉਹ ਸਾਖੀ ਤੁਸੀਂ ਅੱਗੇ ਵੀ ਸੁਣੀ ਹੈ, ਮੈਂ ਜ਼ਿਕਰ ਕੀਤਾ ਹੈ ਵੀ ਜਿਹੜਾ ਆਪਾਂ ਪੁੰਨਦਾਨ ਕੀਤਾ ਉਹ ਖਾਣਾ ਪੀਂਦਾ। ਤੇ ਰਿਖੀ ਨੇ ਆਖਿਆ, ਕਹਿੰਦੇ ਲਿੱਦ ਤੇਰੀ ਵਾਧੀ ਜਾਣੀ ਹੈ ਤੇ ਅਜੇ ਮੌਕਾ ਹੀ ਦਰਗਾਹ 'ਚ ਦੋਵੇਂ ਚੌਗਣੀ ਪਚੌਗਣੀ ਹੋਣੀ ਹੈ ਤੇ ਹੁਣੇ ਛਕ ਲਾ। ਕਹਿੰਦਾ ਮੈਂ ਰਾਜਾ ਹੋ ਕੇ ਲਿੱਦ ਖਾਵਾਂ? ਕਹਿੰਦੇ ਤੇਰਾ ਕਰਮ ਹੈ, ਹੁਣ ਖਾ ਲੇਗਾ ਥੋੜ੍ਹੀ ਆ, ਮੁੜ ਕੇ ਜ਼ਿਆਦੀ ਖਾਣੀ ਪੈਣੀ। ਆਖੋ ਸਤਨਾਮ ਸ੍ਰੀ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਤੋਂ ਡਰ ਕੇ ਰਹੋ, ਨਿਮਰਤਾ ਵਿੱਚ ਰਹੋ, ਮਿੱਠਾ ਬੋਲੋ, ਨੀਵਾਂ ਚੱਲੋ ਤੇ ਸੇਵਾ ਕਰੋ। ਕਿਸੇ ਦਾ ਦਿਲ ਦੁਖੇ ਤੇ ਮਾਫੀ ਮੰਗ ਲਿਆ ਕਰੋ ਕਿ ਭਾਈ ਸੌਰੀ। 2 ਸ਼ਬਦ ਹੈ ਸੌਰੀ, ਤੇ ਜਿਹਨੂੰ ਕਹਿਣੀ ਆ ਜੇ ਉਹਦੀ ਜ਼ਿੰਦਗੀ 'ਚ ਰਸ ਆ ਜਾਂਦਾ। ਦੋਵਾਂ ਜੀਆਂ 'ਚ ਇੱਕ ਜੀ ਕਹਿ ਦੇ ਨਾ ਸੌਰੀ, ਘਰ ਫੁੱਲਾਂ ਨਾਲ ਭਰ ਜਾਂਦਾ। ਉਸੇ ਸੌਰੀ ਦੇ ਪਿੱਛੇ ਇੱਕ ਗਾਲ ਲੱਗ ਜੇ ਤੇ ਘਰ ਨਰਕ ਬਣ ਜਾਂਦੇ। ਗੱਲ ਹੀ ਨਹੀਂ ਹੋਈ ਹੈ ਸੌਰੀ ਛੋਟਾ ਏ ਪਰ ਬਹੁਤ ਵੱਡੀ ਜ਼ਿੰਦਗੀ ਦਾ ਹਿੱਸਾ ਏ। ਜਿਹਨੂੰ ਨਿਮਣਾ ਆ ਜੇ, ਮਾਰੇ ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ। ਕਹਿੰਦੇ ਜਿੱਦਾਂ ਇੱਕ ਔਰਤ ਸ਼ਿੰਗਾਰ ਕਰਦੀ ਆਪਣੇ ਸਰੀਰ 'ਤੇ ਕਿ ਮੇਰਾ ਪਤੀ ਪ੍ਰਸੰਨ ਹੋਵੇ, ਤੇ ਮਹਾਰਾਜ ਸਾਹਿਬ ਜੀ ਨੇ ਵਾਰਾਂ ਦੇ ਵਧੀਕ ਦੇ ਵਿੱਚ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਵੀ ਜਦੋਂ ਸੰਪੂਰਨ ਹੁੰਦੇ ਤੇ ਆਹ ਸ਼ਲੋਕ ਆਉਂਦਾ। ਕਹਿੰਦੇ ਵੀ ਇੱਕ ਰੂਹ ਨੂੰ ਰੱਬ ਕਿੱਦਾਂ ਪਸੰਦ ਆਊਗਾ। ਉੱਥੇ ਉਹ ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ। ਕਹਿੰਦੇ ਨੀਵਾਂ ਚੱਲਣਾ ਸ਼ੁਰੂ ਕਰ ਦੇ, ਜ਼ੁਬਾਨ ਮਿੱਠੀ ਕਰ ਲਾ, ਆਪਣੇ ਅੰਦਰ ਗਰੀਬੀ ਧਾਰਨ ਕਰ ਲਾ। ਇਹ ਤ੍ਰੈ ਭੈਣੇ ਵੇਸ ਕਰ, ਇੱਦਾਂ ਦਾ ਸ਼ਿੰਗਾਰ ਮੇਕਅਪ ਕਰ ਲਾ ਮੇਰੀਏ ਭੈਣੇ ਰੂਏ। ਜਿੱਦਣ ਕਿਤੇ ਨੇਤਰ ਬੰਦ ਹੋਣ ਤੇ ਆਏ ਤੇ ਤੇਰਾ ਰੱਬ ਦੇ ਨਾਲ ਵਿਆਹ ਹੋ ਜਾਏਗਾ। ਬਸ ਇਹਦੇ ਨਾਲ ਲਾਵਾਂ ਲੈਣ ਵਾਸਤੇ ਆਪਾਂ ਦੁਨੀਆ 'ਤੇ ਆਏ। ਤੇ ਜੇ ਕਿਤੇ ਹੋ ਗਈਆਂ ਤੇ ਫਿਰ ਸਾਰਾ ਸਮਾਂ ਹੀ ਆਨੰਦ ਹੀ ਆਨੰਦ ਹੈ। ਜਿਹੜਾ ਕਿਤੇ ਅਮਰੀਕਾ ਕੈਨੇਡਾ 'ਚ ਧੱਕੇ ਖਾ ਕੇ ਲੋਕੀ ਮੋੜ ਆਏ, ਨਹੀਂ ਲੱਭਾ ਤੇ ਲੱਭਾ ਕਿੱਥੋਂ? ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ। ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ। ਸਾਧ ਸੰਗਤ ਮਹਿਸੂਸ ਕਰਿਓ ਨਾ, 2 ਮਿੰਟ 'ਚ ਜਨਰੇਟਰ ਚੱਲਣਾ, ਵੇਖਿਓ ਕੀ ਬਣਦਾ। 2 ਮਿੰਟ ਮਹਿਸੂਸ ਕਰਿਓ, ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੂੰ ਧੰਨ ਹੈ।
ਮਹਾਂਪੁਰਖ ਕਹਿੰਦੇ ਹੁੰਦੇ ਸੀ ਬਾਬਾ ਜੀ, ਉਹਨਾਂ ਕਹਿਣਾ ਜਦੋਂ ਕਿਤੇ ਜੇਠ ਹਾੜ ਦਾ ਮਹੀਨਾ ਹੋਏ ਤੇ ਕਮਰੇ 'ਚ ਬੋਰੀ ਵਿਛਾ ਲਿਓ ਤੇ ਪੱਖਾ ਲਾਈਟ ਬੰਦ ਕਰ ਦਿਓ ਤੇ ਬੂਹਾ ਵੀ ਲਾ ਲਿਓ ਤੇ ਫਿਰ ਇੱਦਾਂ ਚੌਂਕੜਾ ਮਾਰਿਓ। ਜਦੋਂ ਤੁਹਾਡੇ ਸਰੀਰ ਦਾ ਇਸ਼ਨਾਨ ਆਪਣੇ ਪਸੀਨੇ ਨਾਲ ਹੋਵੇਗਾ ਨਾ, ਉਦੋਂ ਚੌਂਕੜਾ ਮਾਰ ਕੇ ਮਹਿਸੂਸ ਕਰਿਓ ਕਿ ਗੁਰੂ ਪਾਤਸ਼ਾਹ ਕਹਿਣਾ ਸੌਖਾ ਏ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਦੱਸੀ ਸਬਰ ਦੀ ਲੜਨੀ ਏ ਜੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿੱਚ ਪੈ ਕੇ, ਤਿਉਂ ਤਿਉਂ ਚੜ੍ਹੇ ਪਰਵਾਨਿਆਂ ਰੰਗ ਤੈਨੂੰ, ਮਸਤੀ ਲੱਥੀ ਨਾ ਤੇਰੀ ਮਸਤਾਨਿਆਂ ਓਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ। ਧੰਨ ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਇਹਨੂੰ ਥੋੜ੍ਹੀ ਜਿਹੀ ਤੰਗੀ ਦਿਆ ਕਰੋ, ਮਾਫੀ ਦਿਓ। ਅੱਜ ਆਪਾਂ ਸਾਰੇ ਬਹੁਤ ਸੁੱਖ ਭਾਲਦੇ, ਜਿੰਨਾ ਬੋਡੀ ਨੂੰ ਤੰਗ ਕਰੋਗੇ ਨਾ ਓਨਾ ਹੀ ਅੱਗੇ ਸੌਖੇ ਰਵਾਂਗੇ। ਕਿਉਂਕਿ ਜਿੰਨੇ ਵੀ ਮਹਾਂਪੁਰਖ ਸਾਧੂ ਹੋਏ, ਗੁਰੂ ਨਾਨਕ ਸਾਹਿਬ ਆਪ ਰੋੜੀ ਸਾਹਿਬ ਗੁਰਦੁਆਰਾ ਰੋੜਿਆਂ ਦੇ ਉੱਤੇ ਬਹਿੰਦੇ ਸੀ। ਨਾਨਕ ਪਿਆਓ ਗੁਰਦੁਆਰਾ ਦਿੱਲੀ ਦੇ ਵਿੱਚ, ਜਿੱਥੇ ਮਹਾਰਾਜ 1 ਸਾਲ ਪੂਰਾ ਸੰਗਤਾਂ ਨੂੰ ਪਾਣੀ ਪਿਆਈ ਗਏ, ਪਾਣੀ ਦੀ ਸੇਵਾ ਕੀਤੀ। ਗੁਰਦੁਆਰੇ ਦਾ ਨਾਂ ਹੀ ਨਾਨਕ ਪਿਆਓ ਹੈ। ਆ ਗਰਮੀ ਦੇ ਦਿਨ ਮਹਾਰਾਜ ਉੱਥੇ ਠਹਿਰੇ, ਕਹਿੰਦੇ ਮਰਦਾਨਿਆਂ ਇਸ ਵਾਰੀ ਮਹੀਨੇ 'ਚ ਆਪਾਂ ਕਿਤੇ ਯਾਤਰਾ ਨਹੀਂ ਜਾਣਾ, ਜਿੰਨੀ ਦੁਨੀਆ ਆਉਂਦੀ ਇਹਨੂੰ ਪਾਣੀ ਪਿਆਈ ਜਾਣਾ। ਪਾਣੀ ਦਾ ਬੜਾ ਪੁੰਨ ਹੈ, ਕਿਉਂਕਿ ਜਦੋਂ ਅੰਦਰ ਜਾਂਦਾ ਹੈ ਤੇ ਸੀਸ ਨਿਕਲਦੀ ਤੇ ਸਿੱਧੀ ਦਰਗਾਹ 'ਚ ਜਾਂਦੀ। ਜਿੰਨਾ ਇਸ ਸਰੀਰ ਨੂੰ ਤੁਸੀਂ ਤੰਗੀ ਦਿਓਗੇ ਨਾ, ਚੌਂਕੜਾ ਮਾਰੋ, ਜਿੰਨਾ ਹੋ ਸਕੇ ਓਨਾ ਮਾਰੋ। ਜਦੋਂ ਐ ਸਰੀਰ ਕੜਾਕੇ ਪੈਣ, ਬਿਲਕੁਲ ਕਵੇ ਵੀ ਹੁਣ ਬਸ ਕਰ, ਫਿਰ ਜਾ ਕੇ ਪਿਆਰਾ ਮਿਲਣਾ ਕਿਤੇ। ਮਾਰੇ ਕਹਿੰਦੇ ਭਗਤਾਂ ਕੀ ਚਾਲ, ਜਿੰਨਾ ਸਰੀਰ ਨੂੰ ਸੁੱਖ ਦਓਗੇ ਓਨਾ ਹੀ ਮੁੜ ਕੇ ਔਖੇ ਹੋਵਾਂਗੇ। ਇਹ ਬੰਦਗੀ ਵਾਲਿਆਂ ਦੀ ਨਿਸ਼ਾਨੀ ਹੈ। ਆਓ 15 ਮਿੰਟ ਬਾਕੀ ਨੇ, ਚੱਲੀਏ ਬਾਬੇ ਦੀ ਰਾਏ ਭੋਏ ਦੀ ਤਲਵੰਡੀ। ਸਾਰੀ ਸੰਗਤ ਭੇਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਹਾਂਜੀ, ਵਾਹਿਗੁਰੂ ਸਾਹਿਬ ਜੀਓ, ਸ਼੍ਰੀ ਨਾਨਕ ਆਗਮ ਕੇ ਹੇਤੂ। ਧੰਨ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਵਾਸਤੇ, ਜਿੱਦਾਂ ਆਪਣੇ ਘਰ 'ਚ ਗੈਸਟ ਆਉਣੇ ਹੋਣ ਤਾਂ ਤਿਆਰੀ ਕਰਦੇ ਆ ਨਾ, ਠੰਡਾ ਲੈ ਆਉਣੇ, ਪਕੌੜੇ ਲੈ ਆਉਣੇ, ਬਰਫੀ ਲੈ ਆਉਣੇ ਆ। ਕਹਿੰਦੇ ਮੇਰੇ ਨਾਨਕ ਨੇ ਆਉਣਾ ਹੋਵੇ, ਤਿਆਰੀ ਕੀਤੀ ਕਰੇ ਨਾ। ਗੁਰੂ ਨਾਨਕ ਨੇ ਇੱਥੇ ਬਹਿਣਾ ਆ ਸੇਜਾ 'ਤੇ, ਇਹਦੇ ਵਿੱਚ ਆਪਾਂ ਬਹੁਤ ਗੰਦਗੀ ਪਾਈ। ਆਖੋ ਵਾਹਿਗੁਰੂ। ਘਰ 'ਚ ਗੈਸਟ ਆ ਰਹੇ ਆ ਤੇ ਗੱਦਿਆਂ ਦੇ ਛਾਟ ਨਵੇਂ, ਪਰਫਿਊਮ ਪਾਤਾ। ਕਹਿੰਦੇ ਛੇਤੀ ਬੌਕਰ ਫੇਰ ਦਿਓ, ਪ੍ਰਾਹੁਣੇ ਆਉਣੇ ਐ। ਮੇਰੇ ਪਾਤਸ਼ਾਹ ਕਹਿੰਦੇ ਸਿੱਖਾ, ਤੇਰੇ ਗੁਰੂ ਨਾਨਕ ਨੇ ਤੇਰੇ ਹਿਰਦੇ 'ਚ ਬਹਿਣਾ ਹੈ ਤੇ ਉੱਥੇ ਸਫਾਈ ਨਹੀਂ ਕੀਤੀ। ਤੇਰੇ ਹਿਰਦੇ ਦੇ ਵਿੱਚ ਕਿੰਨਾ ਝੂਠ ਪਿਆ, ਕਿੰਨੀ ਚੁਗਲੀ ਪਈ, ਕਿੰਨੀ ਨਿੰਦਿਆ ਪਈ, ਕਿੰਨਾ ਤੇਰੇ ਅੰਦਰ ਵਿਰੋਧ, ਈਰਖਾ, ਇੰਨੀ ਥਾਂ ਭੈੜੀ, ਤੇ ਬਾਬਾ ਕਿੱਥੇ ਪਵੇਗਾ? ਇਹਨੂੰ ਸਾਫ਼ ਕਿੱਦਾਂ ਕਰਨਾ ਹੈ? ਭਰੀ ਹੈ ਮਤ ਬਾਪਾਂ ਕੈ ਸੰਗ ਉਹ ਧੋਪੈ। ਇਹਦੀ ਝਾੜੂ ਮਾਰਨ ਦੀ ਇੱਕੋ ਹੀ ਦਵਾਈ ਹੈ, ਬਸ 5 ਜਪਜੀ ਸਾਹਿਬ, 5 ਸੁਖਮਨੀ ਸਾਹਿਬ, 25 ਚੌਪਈ ਸਾਹਿਬ। ਜਿੰਨੀ ਵੀ ਬੰਦਗੀ ਹੁੰਦੀ, ਨਹੀਂ ਕੁਝ ਆਉਂਦਾ ਤੇ ਮੂਲ ਮੰਤਰ ਤੁਰਦਿਆਂ ਬਹਿੰਦਿਆਂ ਪੜ੍ਹੀ ਜਾਇਆ ਕਰ। ਇੰਨਾ ਕੁ ਅੰਦਰ ਤੇਰਾ ਠੰਡਾ ਹੋ ਜਾਏਗਾ, ਮੁੜ ਕੇ ਏਸੀ ਦੀ ਲੋੜ ਨਹੀਂ ਪੈਂਦੀ। ਅੱਜ ਆਪਣੇ ਅੰਦਰ ਤਪੇ, ਆਪਣਾ ਸਾਰਾ ਕੁਝ ਵੀ ਦਾਲਾ ਪਦਾਲਾ ਠੰਡਾ ਹੋਵੇ, ਅੰਦਰ ਨਹੀਂ ਠੰਡਾ ਹੋ ਸਕਦਾ ਬਾਣੀ ਤੋਂ ਬਿਨਾਂ। ਤੇ ਉਹ ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਆਉਣ ਵਾਸਤੇ, ਕਹਿੰਦੇ ਧਰਤੀ ਦੇ ਉੱਤੇ ਇੱਕ ਸਵਰਗ ਵਰਗਾ ਨਗਰ ਬਣਾ ਦਿੱਤਾ ਹੈ। ਉਸ ਕਾਦਰ ਦੇ ਮਾਲਕ, ਕੁਦਰਤ ਦੇ ਮਾਲਕ ਕਾਦਰ ਨੇ। ਬੜੀ ਸੁੰਦਰ ਧਰਤੀ, ਸੋ ਕਵੀ ਜੀ ਕਹਿੰਦੇ ਉੱਥੋਂ ਦੀਆਂ ਗਾਵਾਂ ਦਾ ਜਿਹੜਾ ਦੁੱਧ ਹੈ ਨਾ, ਦੁੱਧ ਆਖੋ ਵਾਹਿਗੁਰੂ। ਵੈਸੇ ਵੀ ਪੁਰਾਣੇ ਸਮੇਂ 'ਚ ਗਾਂ ਨੂੰ ਬੜਾ ਸਤਿਕਾਰ ਸੀ। ਪੁਰਾਣੀਆਂ ਦਾਦੀਆਂ ਸਾਡੀਆਂ ਨੇ ਪੇੜਾ ਚਾਰਨਾ ਜਾਂ ਗਾਂ ਦੇ ਪੈਰੀਂ ਹੱਥ ਲਾਉਣਾ ਇੱਕ ਰਿਵਾਜ਼ ਸੀ, ਵੀ ਗਾਂ ਮਾਤਾ ਸ਼ਬਦ ਵਰਤਣਾ, ਵੀ ਇੱਕ ਮੁਹੱਬਤ ਹੁੰਦੀ ਸੀ ਵੀ ਇਹ ਦੁੱਧ ਪੁੱਤ ਰੱਬ ਸਾਰੀ ਬਖਸ਼ਿਸ਼ ਵਰਤਾਉਂਦਾ। ਤੋ ਇਸ ਕਰਕੇ ਕਵੀ ਜੀ ਕਹਿੰਦੇ ਆ ਕਿ ਬਾਬਾ ਤੇਰੀ ਨਗਰੀ ਦੀਆਂ ਜਿਹੜੀਆਂ ਗਊਆਂ ਨੇ, ਮੱਝਾਂ ਨੇ, ਉਹਨਾਂ ਦਾ ਦੁੱਧ ਵੀ ਅੰਮ੍ਰਿਤ ਵਰਗਾ ਹੈ। ਸੁੰਦਰ
ਤੇ ਕਹਿੰਦੇ ਉਸ ਪਿੰਡ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਮਨੁੱਖ ਨਹੀਂ, ਦੇਵਤੇ ਨੇ। ਆਖੋ ਸਤਿਨਾਮ। ਤੁਸੀਂ ਵੀ ਸੰਗਤੇ ਦੇਵਤੇ ਹੀ ਹੈ, ਕਿਉਂਕਿ ਦੇਵਤੇ ਦਾ ਅਰਥ ਹੈ ਕੁਝ ਦੇਣ ਵਾਲਾ। ਤੇ ਜਿੰਨੇ ਆਪਣਾ ਟਾਈਮ ਹੀ ਦੇਤਾ 24 ਘੰਟਿਆਂ ਚੋਂ 50 ਮਿੰਟ ਉਹ ਦੇਵਤਾ ਹੀ ਆ। ਆਖੋ ਵਾਹਿਗੁਰੂ। ਨਹੀਂ ਤੇ ਕਈਆਂ ਨੂੰ ਕਹੀਏ ਗੁਰਦੁਆਰੇ ਆਉਣਾ, ਕਹਿੰਦੇ ਬਾਬਾ ਮਰਨ ਦਾ ਟਾਈਮ ਨਹੀਂ ਗੁਰਦੁਆਰੇ ਪਾ। ਇੰਨੇ ਸੜੇ ਪਹਿਰਦੇ ਨਾ, ਇੰਨਾ ਰੁੱਖਾ ਬੋਲਦੀ ਦੁਨੀਆ। ਮੈਂ ਕਿਹਾ ਗੁਰੂ ਘਰ ਆ ਜਾਓ, ਕਹਿੰਦੇ ਬਾਬਾ ਮਰਨ ਦਾ ਟਾਈਮ ਨਹੀਂ ਹੈ। ਇੱਦਾਂ ਦੇ ਸ਼ਬਦ ਬੋਲਦੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਹੋਰ ਵੀ ਸ਼ਬਦ ਵੱਧ ਘੱਟ ਬੋਲ ਦਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਨਹੀਂ, ਮੂਰਖ ਹੈ ਨਾਲ ਨਾ ਲੁੱਝੀਐ, ਪੜ੍ਹ ਅੱਖਰ ਇਹੋ ਬੁੱਝੀਐ। ਮੂਰਖ ਦੇ ਨਾਲ ਕਦੇ ਆਪਣਾ ਸਿਰ ਖਪਾਓ, ਟਾਈਮ ਖਰਾਬ ਨਾ ਕਰੋ, ਉਹਨੂੰ ਮੱਥਾ ਟੇਕ ਦਿਓ। ਤੋ ਇਸ ਕਰਕੇ ਕਵੀ ਜੀ ਕਹਿੰਦੇ ਬਾਬਾ ਨਾਨਕ ਜੀ ਨੇ ਜਿਸ ਨਗਰ 'ਚ ਆਉਣਾ ਹੈ, ਉੱਥੋਂ ਦੀਆਂ ਗਊਆਂ ਮੱਝਾਂ ਦਾ ਦੁੱਧ ਵੀ ਅੰਮ੍ਰਿਤ ਵਰਗਾ ਹੈ। ਤੇ ਉਸ ਨਗਰ ਦੇ ਮਨੁੱਖ ਜਿਹੜੇ ਦੇਵਤਿਆਂ ਵਰਗੇ, ਕਿਉਂਕਿ ਦੇਵਤਾ ਉਹਨੂੰ ਕਹਿੰਦੇ ਜਿਹੜਾ ਕੁਝ ਦੇਣਾ ਚਾਹੁੰਦਾ ਕਿਸੇ ਨੂੰ। ਉਹ ਮਹਾਰਾਜ ਕਹਿੰਦੇ ਕੁਝ ਹੋਰ ਨਹੀਂ ਦੇ ਸਕਦਾ, ਪਿਆਰ ਹੀ ਦੇ ਦਿਆ ਕਰ। ਹੁਣ ਮੇਰੇ ਵਰਗਾ ਗਰੀਬ ਹੈ, ਕੁਛ ਪੈਸੇ ਨਹੀਂ ਦੇ ਸਕਦੇ ਕਿਸੇ ਨੂੰ, ਹਲਪ ਕਿਸੇ ਨੂੰ ਕੱਪੜਾ ਨਹੀਂ ਦੇ ਸਕਦੇ, ਘਰ 'ਚ 2 ਕਮਰੇ, ਕਿਸੇ ਆਏ ਨੂੰ AC ਰੂਮ ਨਹੀਂ ਦੇ, ਕੁਛ ਨਹੀਂ ਮਾਰੇ ਕਹਿੰਦੇ ਤੂੰ ਦੇ ਸਕਦਾ। ਤੇ ਇੱਕ ਵਾਰੀ ਹੱਸ ਕੇ ਬੁਲਾ ਲਿਆ ਕਰ। ਹਾਂਜੀ, ਇੱਕ ਪੰਕਤੀ ਆਉਂਦੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਇਹਦੇ ਅਰਥ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਕੀਤੇ। ਬਾਬਾ ਮਣੀ ਸਿੰਘ ਨੇ ਪੁੱਛ ਲਿਆ, ਕਹਿੰਦੇ ਪਾਤਸ਼ਾਹ ਇਹਦੇ ਕੀ ਅਰਥ ਕਰਾਂਗੇ ਵੀ ਜਿਹਦੇ ਕੋਲ ਹੈ ਹੀ ਕੁਝ ਨਹੀਂ ਉਹ ਕੀ ਵੰਡੂ। ਹਾਂਜੀ ਬੋਲੋ ਸਤਨਾਮ। ਕਹਿੰਦੇ ਜਿਹਦੇ ਕੋਲ ਹੈ ਹੀ ਕੁਝ ਨਹੀਂ ਉਹ ਵੰਡੂ ਕੀ। ਉਹਨਾਂ ਨੇ ਇੱਕ ਸਾਖੀ ਸੁਣਾਈ। ਕਹਿੰਦੇ ਕਿਸੇ ਮਹਾਂਪੁਰਖ ਦੀ ਕੁਟੀਆ ਸੀ ਜੰਗਲ ਦੇ ਵਿੱਚ। ਹਾਂਜੀ, ਤੇ ਉੱਥੇ ਇੱਕ ਮਹਾਤਮਾ ਰਵੇ ਤੇ ਮੀਂਹ ਬੜਾ, ਹਨੇਰ ਬੜਾ ਚੜ੍ਹਿਆ, ਬੱਦਲ ਤੇ ਮੀਂਹ ਆ ਗਿਆ ਬੜਾ ਤੇਜ਼। ਕਹਿੰਦੇ ਇੱਕ ਬੰਦੇ ਨੇ ਬੂਹਾ ਖੜਕਾਇਆ ਤੇ ਮਹਾਤਮਾ ਕਹਿੰਦੇ ਹਾਂਜੀ। ਕਹਿੰਦਾ ਮੈਨੂੰ 1-2 ਘੰਟੇ ਵਾਸਤੇ ਥਾਂ ਦੇ ਦੇ। ਕਹਿੰਦਾ ਜੀ ਆਇਆਂ ਨੂੰ। ਥੋੜ੍ਹੇ ਜਿਹੇ 5-7 ਮਿੰਟ ਹੋਏ ਤੇ ਇੱਕ ਮਨੁੱਖ ਹੋਰ ਆ ਗਿਆ। ਕਹਿੰਦਾ ਜੀ ਮੈਨੂੰ ਵੀ, ਬੋਲਦਿਆ ਕਰੋ ਛੇਤੀ ਛੇਤੀ, ਮੈਨੂੰ ਵੀ ਗਵਾਚ ਜਾਂਦੇ ਤੁਸੀਂ ਕਿਤੇ, ਮੈਨੂੰ ਪਤਾ ਲੱਗਦਾ ਤੁਹਾਡੇ ਚਿਹਰਿਆਂ ਤੋਂ ਕਈ ਗਵਾਚ ਗਏ ਹੈ। ਜਿਹੜਾ ਗਵਾਚੇ ਨਾ ਉਹ ਬੋਲਦਾ, ਜਿਹੜੇ ਗਵਾਚੇ ਉਹ ਗਵਾਚ ਜਾਂਦੇ। ਮੈਂ ਖੁਦ ਗਵਾਚ ਜਾਂਦਾ ਕਈ ਵਾਰੀ, ਕਿਉਂਕਿ ਜ਼ਿੰਦਗੀ ਹੈ ਇਹ ਗਵਾਚਣਾ, ਗਵਾਚੇ ਫਿਰਦੇ ਆ ਇੱਦਾਂ। ਗਵਾਚੇ ਪਤਾ ਨਹੀਂ ਕਿੱਥੋਂ ਜਨਮ ਲੈ ਕੇ ਆਏ ਹੈ। ਤੋ 2 ਆਏ ਤੇ ਕਹਿੰਦੇ ਇੰਨੇ ਚਿਰ ਨੂੰ ਤੀਜਾ ਵੀ ਆ ਗਿਆ। ਕਹਿੰਦਾ ਮੈਂ ਵੀ ਆ ਜਾ। ਤੇ ਜਿਹਦੀ ਕੁਟੀਆ ਉਹਦੇ ਚਿਹਰੇ 'ਤੇ ਮੁਸਕਰਾਹਟ। ਕਹਿੰਦਾ ਜੀ ਆਇਆਂ ਨੂੰ। ਤੇ ਜਿਹੜੇ ਮੇਰੇ ਤੇ ਸਾਹਬ ਸੋਂ ਵਰਗੇ ਪਹਿਲੇ ਸੀ ਨਾ ਲਾਗੇ, ਕਹਿੰਦਾ ਸ਼ਰਮ ਕਰ ਕੁਝ ਵੀ ਇੱਕ ਮੰਜੇ ਦੀ ਕੁੱਲੀ ਹੈ, 3 ਜਾਣੇ ਅੱਗੇ ਤੇ ਚੌਥੇ ਨੂੰ ਸਿਰ ਤੇ ਬਣਾ ਹੀ। ਉਹ ਕਹਿੰਦਾ ਆਓ ਪਿਆਰਿਓ, ਆਓ ਪਿਆਰਿਓ। ਤੇ ਉਸ ਵੇਲੇ ਕਹਿੰਦੇ 2-4 ਮਿੰਟ ਹੋਏ ਤੇ ਫਿਰ ਬੂਹਾ ਹਿੱਲਿਆ, ਖੜਕਾਇਆ ਤੇ ਕੀ ਵੇਖਿਆ ਬਾਹਰ ਇੱਕ ਖੋਤਾ ਵੀ ਸਿਰ ਮਾਰੇ ਜਦੋਂ ਗੜੇ ਵੱਜਣ ਮੋਟੇ ਮੋਟੇ। ਤੇ ਉਹ ਫਕੀਰ ਕਹਿੰਦਾ ਆਓ ਜੀ ਆਇਆਂ ਨੂੰ। ਉਹ ਜਿਹੜੇ ਤਿੰਨੇ ਸੀ ਨਾ ਉਹ ਕਹਿੰਦੇ, ਜਿਹੜਾ ਰਿਖੀ ਸੀ ਕਹਿੰਦੇ ਇਹਨੂੰ ਚੁੱਕ ਕੇ ਬਾਹਰ ਸੁੱਟ ਗਿਆ। ਐਡਾ ਬੇਅਦਬ ਬੰਦਾ ਹੈ ਵੀ ਕੁੱਲੀ ਮੰਜੇ ਦੀ 4 ਬੰਦੇ ਅੱਗੇ ਤੇ ਉਹਨੂੰ ਖੋਤੇ ਨੂੰ ਵੀ ਅੰਦਰ ਲਿਆਉਣ ਲੱਗਾ ਤੇ ਉਹਨੂੰ ਟੁੱਟ ਕੇ ਪੈ ਗਏ। ਤੇ ਉਹ ਫਕੀਰ ਕਹਿੰਦਾ ਇੱਕ ਗੱਲ ਸੁਣੋ ਮੇਰੀ। ਕਹਿੰਦਾ ਕੁਟੀਆ ਦਾ ਮਾਲਕ ਕੌਣ ਹੈ? ਥੋੜ੍ਹੇ ਜਿਹੇ ਢਿੱਲੇ ਹੋ ਗਏ। ਕਹਿੰਦਾ ਕੌਣ ਹੈ? ਕਹਿੰਦੇ ਜੀ ਤੁਸੀਂ। ਕਹਿੰਦਾ ਤੁਹਾਨੂੰ ਸੱਦਿਆ ਕਿਹਨੇ ਇੱਥੇ? ਤੁਸੀਂ। ਤੁਹਾਨੂੰ ਜਗ੍ਹਾ ਕਿਹਨੇ ਦਿੱਤੀ? ਤੁਸੀਂ। ਤੇ ਕਹਿੰਦਾ ਫਿਰ ਜਿਹਦੀ ਕੁੱਲੀ ਆ ਉਹ ਖੁਸ਼ ਹੈ, ਤੁਹਾਡੇ ਢਿੱਡ ਪੀੜ ਕਿਉਂ ਹੁੰਦੇ ਆ? ਅਸਲ ਵਿੱਚ ਇਹ ਧਰਤੀ ਰੱਬ ਦੀ ਹੈ, ਆ ਸਾਰੇ ਜੀ ਰੱਬ ਦੇ ਨੇ। ਜਦੋਂ ਉਹਨੇ ਸਾਰਿਆਂ ਨੂੰ ਬਣਾਇਆ ਤੇ ਆਪਾਂ ਕਿਉਂ ਇੱਕ ਦੂਜੇ ਨੂੰ ਵੇਖ ਕੇ ਤੋੜੀਆਂ ਪਾਈ ਜਾਂਦੇ? ਖਾਣੇ ਇਹਨੇ ਆਪਦੇ ਕਰਮ, ਇਹਨੇ ਆਪਦੇ ਖਾਣੇ, ਮੈਂ ਆਪਦੇ ਕਾਤੋਂ ਸੜੀ ਜਾਂਦਾ ਏ। ਉਹਨੇ ਖੋਤੇ ਨੂੰ ਵੀ ਫੜ ਕੇ ਕੰਨ ਤੋਂ ਅੰਦਰ ਕਰ ਲਿਆ। 1 ਘੰਟੇ ਬਾਅਦ ਮੀਂਹ ਹਟਿਆ ਤੇ ਕਹਿੰਦਾ ਜਾਓ ਤੁਸੀਂ ਤੁਰਦੇ ਭਲੇ ਮੈਂ ਵਸਦੇ। ਉਹਨਾਂ ਸਾਰਿਆਂ ਦੇ ਨੇਤਰ ਭਰ ਆਏ। ਕਹਿੰਦੇ ਉਹ ਸੱਜਣਾ, ਜਿਹੜੀ ਚੀਜ਼ ਕਿਤੇ ਗੁਰਦੁਆਰੇ ਮੰਦਿਰ 'ਚੋਂ ਨਹੀਂ ਸਿੱਖ ਸਕੇ ਅੱਜ ਤੇਰੀ ਕੁਟੀਆ 'ਚੋਂ ਸਿੱਖ ਲਈ। ਵੀ ਬੰਦੇ ਦੇ ਕੋਲ ਕੱਖ ਵੀ ਨਾ ਹੋਵੇ ਤੇ ਕਿਸੇ ਨੂੰ ਹੱਸ ਕੇ ਬੁਲਾ ਲਓ ਨਾ, ਇਹ ਵੀ ਵੱਡਾ ਪੁੰਨ ਜੇ। ਕੋਸ਼ਿਸ਼ ਕਰਿਆ ਕਰੋ। ਜਿਹੜਾ ਮੇਰੇ ਵਰਗਾ ਜਿਹਦੇ ਕੋਲ ਕੁਛ ਨਹੀਂ ਕਿਸੇ ਦੀ ਹੈਲਪ ਕਰ ਸਕਦਾ, ਉਹ ਕਿਸੇ ਨੂੰ ਫਤਿਹ ਹੱਸ ਕੇ ਬੁਲਾ ਦੇ। ਵਾਹਿਗੁਰੂ ਜੀ ਕਾ ਖਾਲਸਾ
ਹੋਰ ਪਿਆਰਿਓ ਠੀਕ ਠਾਕ ਆ, ਜਲ ਪਾਣੀ ਛਕੋਗੇ। ਲੈ ਗੱਲ ਇੰਨੀ ਹੈ, ਮਹਾਰਾਜ ਕਹਿੰਦੇ ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਆਪਣਾ ਹਾਸਾ ਹੀ ਵੰਡ ਲਿਆ ਕਰ। ਭਾਵੇਂ ਅੰਦਰੋਂ ਬਹੁਤੇ ਦੁਖੀ ਹੁੰਨੇ ਪਰ ਕਿਸੇ ਨੂੰ ਸ਼ੋਅ ਨਹੀਂ ਕਰਦਾ। ਮਹਾਰਾਜ ਸਾਹਿਬ ਨੇ ਬਣਾਇਆ ਹੀ ਇੱਦਾਂ ਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਦਰੋਂ ਕਿੰਨੇ ਕੁ ਜ਼ਖਮੀ ਸੀ, ਪਰ ਮੇਰੇ ਪਾਤਸ਼ਾਹ ਕਹਿੰਦੇ ਹਾਲ ਮਰੀਦਾਂ ਦਾ ਕਹਿਣਾ ਮਿੱਤਰ। ਸਾਰੀ ਦੁਨੀਆ ਰੋਂਦੀ ਸੀ ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਮੇਰੇ ਜ਼ਿਆਦਾ ਜ਼ਖਮ ਨੇ ਚਰਨਾਂ ਦੇ ਵਿੱਚ, ਇੱਦਾਂ ਕਰ ਮੈਨੂੰ ਮੋਢਿਆਂ 'ਤੇ ਚੁੱਕ ਕੇ ਗੁਲਾਬੇ ਦੇ ਖੂਹ ਤੱਕ ਲੈ ਜਾ। ਰਾਤ ਦੇ ਜ਼ਖਮ ਸੋਕ ਕੇ ਲੱਤਾਂ ਸੌਂ ਗਈਆਂ। ਇਤਿਹਾਸ ਪੜ੍ਹ ਲਿਓ ਜਾ ਕੇ। ਭਾਈ ਮਾਨ ਸਿੰਘ ਨੇ ਮੋਢਿਆਂ 'ਤੇ ਗੁਰੂ ਗੋਬਿੰਦ ਸਿੰਘ ਨੂੰ ਚੁੱਕਿਆ, ਜਿਹੜਾ ਸਾਰੀ ਦੁਨੀਆ ਨੂੰ ਗੋਦੀ 'ਚ ਗੁਰੂਆਂ ਪੀਰਾਂ ਤੇ ਵੀ ਮਾੜਿਆ ਏ। ਮਾਰਨਾ ਛੱਡ ਦਿਓ, ਕੋਈ ਗੱਲ ਨਹੀਂ, ਕਿਤੇ ਵਕਤ ਚੰਗਾ ਮਾੜਾ, ਧਰਤੀ ਘੁੰਮਦੀ, ਸੂਰਜ ਘੁੰਮਦਾ, ਰੁੱਤਾਂ ਬਦਲਦੀਆਂ ਏ, ਕਿਤੇ ਰੱਬ ਸਾਡੇ ਵੀ ਬਦਲੂਗਾ ਹੀ। ਜੇ ਦਿਲ ਛੱਡ ਗਏ ਤੇ ਮਿੱਤਰੋ ਤੁਹਾਡੀ ਮੌਤ ਜੇ ਸੱਚ ਹੈ, ਕਿਉਂਕਿ ਜ਼ਿੰਦਗੀ ਵਿੱਚ ਇੱਦਾਂ ਦੇ ਝਟਕੇ ਬੰਦੇ ਨੂੰ ਲੱਗਦੇ, ਬੰਦੇ ਕਈ ਮੁੱਕ ਗਏ। ਸਾਡੇ ਗੁਰੂ ਸਾਹਿਬ ਨੇ ਭਾਣਾ ਮੰਨਣਾ ਸਿਖਾਇਆ ਹੈ। ਇਸ ਕਰਕੇ ਕਹਿੰਦੇ ਹਨ ਉਸ ਨਗਰੀ ਦੇ ਵਿੱਚ ਮਨੁੱਖ ਨਹੀਂ ਦੇਵਤੇ ਰਹਿੰਦੇ ਹੈ। ਦੇਵਤੇ ਦਾ ਅਰਥ ਹੈ ਕੁਝ ਦੇਣ ਵਾਲਾ, ਤੇ ਤੁਸੀਂ ਰੋਜ਼ 50 ਮਿੰਟ ਦੇ ਜਾਂਦੇ ਜੇ, ਤੁਸੀਂ ਦੇਵਤੇ ਜੇ। ਤੁਹਾਡੇ 'ਚ ਕਈ ਸੰਗਤਾਂ ਮਾਇਆ ਦਾਨ ਕਰਦੀਆਂ ਏ, ਕੋਈ ਲੰਗਰ ਵਾਸਤੇ ਕਰਦਾ, ਜੋ ਵੀ ਕਰਦਾ, ਤੇ ਮੇਰੇ ਕੋਲ ਤਾਂ ਕੁਝ ਨਹੀਂ, ਮੈਂ ਤਾਂ ਤੁਹਾਨੂੰ ਇੱਕ ਹਾਸਾ ਦਾਨ ਕਰ ਸਕਦਾ ਵੀ ਤੁਸੀਂ ਵੀ ਖੁਸ਼ ਹੁੰਦੇ, ਦਾਸ ਵੀ ਹੋ ਜਾਂਦਾ। ਨਦੀ ਨਾਮ ਸੰਜੋਗੀ ਮੇਲੇ ਹੈ, ਤੇ ਮੇਰੇ ਪਾਤਸ਼ਾਹ ਨੇ ਮੇਲ ਕਰਾਇਆ ਹੈ। ਇਸ ਕਰਕੇ ਕਵੀ ਜੀ ਬਾਬੇ ਨਾਨਕ ਦੀ ਨਗਰੀ ਦੇ ਆਪਾਂ ਨੂੰ ਦਰਸ਼ਨ ਕਰਾਉਂਦੇ ਹਨ। ਕਹਿੰਦੇ ਐਡੀ ਸੋਹਣੀ ਰਚਨਾ ਹੈ ਰਾਏ ਭੋਏ ਦੀ ਤਲਵੰਡੀ ਉਸ ਨਗਰ ਦੀ। ਕਹਿੰਦੇ ਜਿਹੜੀ ਚਿੱਤਰਕਾਰੀ ਮਕਾਨਾਂ ਦੀ ਬਣਾਉਣ ਵਾਲਾ, ਇਹ ਵਿਸ਼ਕਰਮੇ ਨੂੰ ਦੇਵਤਾ ਮੰਨਿਆ ਹੈ। ਜਦੋਂ ਦੀਵਾਲੀ ਤੋਂ ਅਗਲਾ ਦਿਨ ਹੁੰਦਾ ਤੇ ਜਿੰਨੇ ਵੀ ਮਿਸਤਰੀ ਸਿੰਘ ਹੁੰਦੇ ਉਹ ਛੁੱਟੀ ਕਰਦੇ ਹੈ। ਉਹਨਾਂ ਦੀ ਮਨੌਤ ਹੈ ਕਿ ਜਿਹੜੀ ਲੰਕਾ ਵੀ ਉਹ ਵੀ ਕਹਿੰਦੇ ਵਿਸ਼ਕਰਮਾ ਨੇ ਬਣਾਈ, ਦੇਵਤਾ ਹੈ, ਸਤਿਕਾਰਯੋਗ ਨੇ ਸਾਰੇ। ਹੁਣ ਕਈ ਇੱਥੇ ਪੰਗਾ ਪਾਉਂਦੇ, ਲੈ ਇਹ ਜੀ ਕਿੱਦਾਂ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਮਹਾਰਾਜ ਨੇ ਕਿੰਨਾ ਪਿਆਰ ਦਿੱਤਾ। ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਣ ਸਦਾ ਸਵਾਰੇ, ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਅੰਦਰ। ਕਿੰਨਾ ਪਿਆਰ ਲੜੀ ਜਾਂਦੇ ਐਵੇਂ, ਉਹਦਾ ਨਾਂ ਕਿਉਂ ਲੈਤਾ, ਇਹਦਾ ਕਿਉਂ ਲੈਤਾ। ਉਹ ਹਿੰਦੂਆਂ ਦੇ ਉਹ ਪਿਆਰਿਓ ਮਹਾਰਾਜ ਕਹਿੰਦੇ ਅਵਲ ਅੱਲ੍ਹਾ ਕੁਦਰਤ ਕੇ, ਸਾਰੇ ਕੁਦਰਤ ਦੇ ਬੰਦੇ ਆ, ਤੇ ਘੜੀ ਦਾ ਪਤਾ ਨਹੀਂ ਕਿਹੜੇ ਕੰਮ 'ਚ ਪਏ। ਬੰਦਗੀ ਕਰੋ, ਮੁਹੱਬਤ ਕਰੋ ਸਾਧ ਸੰਗਤ ਜੀ। ਇਸ ਕਰਕੇ ਕਹਿੰਦੇ ਵਿਸ਼ਕਰਮਾ ਨੂੰ ਮੰਨਿਆ ਹੈ ਕਾਰੀਗਰੀ ਦਾ ਬਾਦਸ਼ਾਹ। ਕਹਿੰਦੇ ਪਰ ਬਾਬਾ ਨਾਨਕ ਜੀ ਤੇਰੀ ਰਾਏ ਭੋਏ ਦੀ ਤਲਵੰਡੀ ਨੂੰ ਤਾਂ ਵਿਸ਼ਕਰਮਾ ਵੀ ਵੇਖ ਕੇ ਸਿਰ ਨੀਵਾਂ ਕਰ ਗਿਆ। ਉਹ ਵਾਹਿਗੁਰੂ ਕਹਿੰਦੇ ਇੰਨਾ ਸੋਹਣਾ। ਵੈਸੇ ਘਰ ਸੋਹਣੇ ਨਹੀਂ ਹੁੰਦੇ, ਸੋਹਣੇ ਜੀ ਹੁੰਦੇ ਆ। ਮੈਂ ਕਈ ਕੋਠੀਆਂ ਵੇਖੀਆਂ ਵਿਕਦੀਆਂ ਤੇ ਖਰੀਦੀ ਦੀਆਂ, ਉਹਨਾਂ ਦੇ ਵਿੱਚ ਜੀ ਚੇਂਜ ਹੁੰਦੇ ਆ ਤੇ ਉਹਨਾਂ ਦਾ ਮਾਹੌਲ ਚੇਂਜ ਹੋ ਜਾਂਦਾ। ਹਾਂਜੀ, ਇੱਕ ਕੋਠੀ ਪਹਿਲਾਂ ਸੀ ਕਿਸੇ ਸ਼ਰਾਬੀ ਬੰਦੇ ਕੋਲ, ਉੱਥੇ ਰੋਜ਼ ਹੱਡੀਆਂ ਪਈਆਂ ਹੋਣੀਆਂ, ਉੱਥੇ ਕਲੇ ਕਲੇਸ਼ ਹੋਣੀ। ਉਹਨਾਂ ਵੇਚੀ ਤੇ ਉਹਦੇ 'ਚ ਗੁਰਮੁਖ ਪਰਿਵਾਰ ਆ ਗਿਆ, ਜਿਨ੍ਹਾਂ ਆਉਂਦਿਆਂ ਧਵਾਈ ਕਰਕੇ ਸਹਿਜ ਪਾਠ ਕਰਾਇਆ ਤੇ ਦੋਵੇਂ ਟਾਈਮ ਨਿਤਨੇਮ ਤੇ ਕਿਤੇ ਕਿਤੇ ਆਰਤੀ ਵੀ ਬਾਜੀ ਨਾ। ਧਰਤੀ ਕੋਈ ਨਹੀਂ ਮਾੜੀ ਹੁੰਦੀ, ਘਰ ਕੋਈ ਨਹੀਂ ਮਾੜਾ ਹੁੰਦਾ, ਮਾੜੇ ਆਪਾਂ ਹੀ ਆਖੋ ਸਤਿਨਾਮ। ਮਾੜੀ ਮਨੁੱਖ ਦੀ ਸੋਚ ਹੁੰਦੀ ਆ, ਉਹ ਆਪਣੀ ਜੇ ਸੋਚ ਬਦਲ ਜੇ ਤੇ ਦੇਸ਼ ਬਦਲ ਸਕਦਾ। ਲੈ ਅੱਜ ਸਾਡੇ ਰਾਜੇ ਦੀ ਸੋਚ ਬਦਲਦੇ, ਕਹਿ ਦੇ ਵੀ ਖੋਲ੍ਹ ਦਿਓ ਖਜ਼ਾਨੇ, ਜਿੰਨਾ 2 ਨੰਬਰ ਦਾ ਕਾਲਾ ਧਨ ਬਾਹਰ ਵਾਪਸ ਲੈ ਆਓ, ਜਿੰਨੇ ਮੰਦਰਾਂ ਦੇ ਵਿੱਚ ਟੰਨਾਂ ਦੇ ਟਨ ਸੋਨਾ ਦੱਬਿਆ ਪਿਆ ਧਰਤੀ 'ਚ ਕੱਢ ਦਿਓ ਬਾਹਰ। ਮੈਂ ਕਹਿੰਦਾ ਜੇ ਗੋਰੇ ਤਰਲੇ ਨਾ ਲੈਂਦੇ ਫਿਰਨ ਵੀ ਸਾਨੂੰ ਇੱਥੇ ਪੰਜਾਬ 'ਚ PR ਮਿਲ ਜੇ, ਆਖੋ ਸਤਿਨਾਮ। ਇਹ ਸਰਵਾ ਕੀਤਾ ਕਿਸੇ ਨੇ ਮੋਬਾਇਲ 'ਤੇ ਵੀ ਸਾਰਿਆਂ ਦੇਸ਼ਾਂ 'ਚੋਂ ਆਪਣਾ ਦੇਸ਼ ਅਮੀਰ ਹੈ, ਜਿੰਨਾ ਆਪਣੇ ਕੋਲ ਸੋਨਾ ਹੈ, ਜਿੰਨਾ ਆਪਣੇ ਕੋਲ ਪੈਸਾ ਹੈ, ਪਰ ਆਪਣੇ ਬੰਦਿਆਂ ਦੀ ਸੋਚ ਮਾੜੀ ਹੈ। ਕਹਿੰਦੇ ਉਸ ਨਗਰ ਦੇ ਵਿੱਚ ਪਾਠ ਕਰਨ ਵਾਲੀਆਂ ਰੂਹਾਂ ਬਹੁਤ ਹਨ। ਜਿੱਦਾਂ ਇੱਥੇ ਵਿਚਾਰੀਆਂ 5-7 ਭੈਣਾਂ ਜਦੋਂ ਵੀ ਕੋਈ ਦਿਨ ਸ਼ੁਭ ਆਉਂਦਾ ਵਿਚਾਰੀਆਂ ਕਰ ਦਿੰਦੀਆਂ। ਅਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇਹ ਵਿਚਾਰੀਆਂ ਕਿੰਨਾ ਕੁ ਚਿਰ ਕਰਨਾ ਗਾਂ ਸਮਾਂ ਜਿੱਦਾਂ ਦਾ। ਸੋ ਇਸ ਕਰਕੇ ਇਹ ਬੰਦਗੀ ਵਾਲਿਆਂ ਕਰਕੇ ਧਰਤੀ ਇੰਨੀ ਕੁ ਬਚੀ ਹੈ। ਜਿਵੇਂ ਜਿਵੇਂ ਬੰਦਗੀ ਵਾਲੇ ਤੁਰੇ ਜਾਂਦੇ ਧਰਤੀ ਔਖੀ ਹੋ ਰਹੀ ਹੈ। ਆਉਣ ਵਾਲਾ ਸਮਾਂ ਇਦੋਂ ਹੀ ਭਿਆਨਕ ਆ ਜਾਵੇਗਾ। ਕਹਿੰਦੇ ਉਸ ਵੇਲੇ ਜਗ ਕਿਰਿਆ ਨੂੰ ਜਾਣਨ ਵਾਲੇ
ਬੜੇ ਬੜੇ ਮੁਕਤੀ ਦੇ ਕਰਮ ਕਰਨ ਵਾਲੇ ਲੋਕ ਇਸ ਨਗਰੀ ਵਿੱਚ ਵਸਦੇ ਹਨ। ਅਸਦਿ ਜਵਰਜਾ ਵਸੇ ਸੁਖਾਰੇ। ਕਹਿੰਦੇ ਇਸ ਨਗਰੀ ਵਿੱਚ ਬ੍ਰਾਹਮਣ ਵੀ ਰਹਿ ਰਹੇ ਹਨ ਬੜੇ ਸੁੱਖ ਦੇ ਨਾਲ। ਖੱਤਰੀ ਧਰਮ ਜੁਤ ਹਿਤ ਧਾਰੇ। ਕਹਿੰਦੇ ਜਿਹੜੇ ਖੱਤਰੀ ਨੇ ਉਹ ਧਰਮ ਯੁੱਧ ਦਾ ਚਾਅ ਰੱਖਦੇ ਨੇ, ਉਹ ਵੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਧਨੀ ਕ੍ਰਿਤ ਵਣਜ ਵਿਨੀਤਾ। ਕਹਿੰਦੇ ਬੜੇ ਬੜੇ ਸ਼ਾਹ ਦੁਕਾਨਾਂ ਦੇ ਮਾਲਕ, ਬੜੇ ਬੜੇ ਬਿਜ਼ਨਸਮੈਨ ਵੀ ਇਸ ਨਗਰ ਦੇ ਵਿੱਚ, ਬਾਬੇ ਦੀ ਨਗਰੀ ਵਿੱਚ ਵਸਦੇ ਹਨ। ਕੁਸਲ ਬੇਦਨ ਪਥ ਪ੍ਰੀਤਾ। ਕਹਿੰਦੇ ਕੁਝ ਬੰਦਗੀ ਵਾਲੇ ਵੀ ਜਿਹੜੇ ਪਾਠ ਬਹੁਤ ਕਰਦੇ ਨੇਮ ਪ੍ਰੇਮ ਦੇ ਨਾਲ, ਇਹੋ ਜਿਹੀਆਂ ਰੂਹਾਂ ਵੀ ਉਸ ਨਗਰੀ ਦੇ ਵਿੱਚ ਬੇਅੰਤ ਵਸਦੀਆਂ ਹਨ। ਸਬਨ ਕੀ ਸੇਵ ਕਰੀ। ਕਹਿੰਦੇ ਜਿਹੜੇ ਸ਼ੂਦਰ ਹਨ ਇਸ ਨਗਰ ਦੇ ਵਿੱਚ, ਉਹਨਾਂ ਦਾ ਵੀ ਬੜਾ ਮਿੱਠਾ ਸੁਭਾਅ ਹੈ। ਸ਼ੂਦਰ ਦਾ ਭਾਵ ਨਿਮਰਤਾ ਹੈ ਕਿ ਸਾਰਿਆਂ ਨੂੰ ਸੇਵਾ ਕਰਨ ਵਾਲਾ, ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਨੀਵੀਂ ਜਾਤ ਵਾਲੇ। ਮੈਂ ਤੇ ਬੜੀ ਉੱਚੀ ਕਹਿੰਦਾ ਉਹਨਾਂ ਨੂੰ, ਭਾਵੇਂ ਆਪਾਂ ਕਹਿ ਦਿੰਦਾ ਜੀ ਨੀਵੀਂ ਜਾਤ ਵਾਲੇ ਨੂੰ ਰੋਟੀਆਂ ਨੂੰ ਸੱਦ ਲਓ, ਭਾਂਡੇ ਮਾਂਜਣ ਲਈ ਉਹਨਾਂ ਨੂੰ ਆਪਾਂ ਸੱਦਦੇ ਹਾਂ ਆਪਣੇ ਵਿਆਹ ਸ਼ਾਦੀਆਂ 'ਤੇ, ਪਰ ਸਾਰਾ ਕੁਝ ਤੇ ਉਹ ਲੈ ਜਾਂਦੇ। ਇਹ ਕਿਤੇ ਸੇਵਾ ਆਮ ਥੋੜ੍ਹਾ ਆਪਾਂ ਤੇ ਰਹਿ ਜਾਣਾ ਹੰਕਾਰ 'ਚ ਹੀ। ਸਾਰੀ ਸੇਵਾ ਤੇ ਉਹ ਲੈ ਗਏ ਜਿਹੜੇ ਲੋਹ ਤੇ ਪ੍ਰਸ਼ਾਦੇ ਲਾ ਗਏ, ਜਿਹੜੇ ਤੁਹਾਡੇ ਭਾਂਡੇ ਮਾਂਜ ਗਏ। ਆਪਾਂ ਤੇ ਕਰੀਮਾਂ ਪਾਊਡਰ ਲਾ ਕੇ ਤੇ ਸਰੀਰ ਗੰਦਗੀ ਦਾ ਭਰਿਆ, ਇਹਨੂੰ ਸ਼ਿੰਗਾਰੀ ਫਿਰਦੇ, ਕੱਪੜੇ ਪਾ ਕੇ ਪਤਾ ਨਹੀਂ ਕੀ ਬਣੇ ਫਿਰਦੇ। ਗੁਰੂ ਅਰਜਨ ਸਾਹਿਬ ਤੇ ਛਿੱਲ ਲਾ ਦਿੰਦੇ ਆਪਣੀ, ਪਤਾ ਕਿੱਦਾਂ ਲਾਉਂਦੇ ਐ, ਪੁੱਛੀਏ। ਮਾਰੇ ਕਹਿੰਦੇ ਜੋ ਜਾਣੈ ਮੈਂ ਜੋ ਬਣਵੰਤ, ਸੁਖਮਣੀ ਸਾਹਿਬ 'ਚ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਨੂੰ ਸੁਨੱਖਾ ਮੰਨਦਾ ਨਾ ਸਭ ਤੋਂ, ਐਵੇਂ ਮੂੰਹ ਜਿਹਾ ਮਰੋੜੀ ਜਾਂਦਾ। ਮਾਰੇ ਕਹਿੰਦੇ ਸੋ ਹੋਵਤ ਬਿਸ਼ਟਾ ਕਾ ਜੰਤ, ਕਹਿੰਦੇ ਗੰਦ ਦਾ ਕੀੜਾ ਹੀ ਬਿਸ਼ਟਾ, ਕਹਿੰਦੇ ਗੰਦਗੀ ਨੂੰ। ਮਾਰੇ ਕਹਿੰਦੇ ਜਿਹੜਾ ਮਾਣ ਕਰਦਾ ਨਾ ਚਿੱਟੀ ਚਮੜੀ ਦਾ, ਐਵੇਂ ਹਰ ਕਿਸੇ ਨੂੰ ਕਿ ਮੈਂ ਬੜਾ ਸੋਹਣਾ। ਮਹਾਰਾਜ ਨੇ ਵੇਖੋ ਕਿੰਨੇ ਪਿਆਰੇ ਬਚਨ ਕਹਿ। ਮਾਰੇ ਕਹਿੰਦੇ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਵਤ, ਫਿਰ ਆਪ ਸਕੋ ਕਰਮਵੰਤ ਕਹਾਵੇ। ਜਿਹੜਾ ਕਹਿੰਦਾ ਨਾ ਅਸੀਂ ਤੇ ਕਰਮ ਕੀਤੇ ਆ, ਸਾਨੂੰ ਤੇ ਰੱਬ ਨੇ ਦੁੱਧ ਪੁੱਤ ਬੀਜੇ ਗੱਡੀਆਂ ਦਿੱਤੀਆਂ, ਅਸੀਂ ਕੀ ਲੈਣਾ ਤੇ ਤੋਂ ਏ। ਮਹਾਰਾਜ ਉਹਨੂੰ ਵੀ ਕਹਿੰਦੇ ਆਪ ਸਕੋ ਕਰਮਵੰਤ ਕਹਾਵੇ ਜਨਮ ਮਰੈ, ਕਹਿੰਦੇ ਨਰਕਾਂ 'ਚ ਚਲ ਜਾਏਗਾ। ਫਿਰ ਅਗਲੀ ਪੰਕਤੀ 'ਚ ਕਹਿੰਦੇ ਧਨ ਭੂਮਿਕਾ ਜੋ ਕਰੇ ਗੁਮਾਨ। ਕਈ ਕਹਿਣਗੇ 50 ਕਿੱਲੇ ਮੇਰੇ ਕੋ, ਅਸੀਂ ਤੁਹਾਡੇ ਤੋਂ ਕੀ ਲੈਣਾ। ਮਹਾਰਾਜ ਕਹਿੰਦੇ ਆ ਜਾ ਤੈਨੂੰ ਦੱਸ ਦਿੰਦੇ। ਸੁਖਮਣੀ ਸਾਹਿਬ ਪੜ੍ਹਦੇ ਸਾਰੇ ਹੀ ਆ, ਪਰ ਕਿਤੇ ਕਿਤੇ ਮਹਾਰਾਜ ਕਿਰਪਾ ਕਰਦੇ। ਕਹਿੰਦੇ ਜੋ ਜਾਣੈ ਵਾਹਿਗੁਰੂ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ। ਅੱਗੇ ਜਾ ਕੇ ਆਪਾਂ ਨੂੰ ਗਰੀਬਾਂ ਨੂੰ ਗੱਲ ਨਾ ਲਾ ਕੇ ਕਹਿੰਦੇ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ। ਕਹਿੰਦੇ ਜਿਹਦੇ ਕੋਲ ਸਭ ਕੁਝ ਹੁੰਦਿਆਂ ਵੀ ਵਿਚਾਰਾ ਇੱਦਾਂ ਹੀ ਰਹਿੰਦਾ ਨਾ, ਨਾਨਕ ਇਹਾਂ ਮੁਕਤ। ਮਾਰੇ ਕਹਿੰਦੇ ਇੱਥੇ ਵੀ ਆਨੰਦ ਲਵੇਂਗਾ ਤੇ ਜਿੱਦਣ ਖੱਫਣ ਪੈ ਗਿਆ ਉਦਣ ਵੀ ਨਜ਼ਾਰੇ ਲਵੇਂਗਾ। ਤੈਨੂੰ ਮੈਂ ਲੈਣ ਆਊਂਗਾ ਅੱਗੋਂ ਜਦੋਂ ਇਸ ਦੁਨੀਆ ਤੋਂ ਤੁਰਿਆ। ਮੈਂ ਨਹੀਂ ਕਹਿ ਰਿਹਾ, ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ, ਜਿੱਥੇ ਸਭ ਨੇ ਚਲੇ ਜਾਣਾ ਹੈ। ਕਹਿੰਦੇ ਇਸ ਤਰ੍ਹਾਂ ਕਰਕੇ ਸਾਰੇ ਹੀ ਆਪੋ ਆਪਣੇ ਕਰਮ ਬੜੇ ਪ੍ਰੇਮ ਨਾਲ ਕਰਦੇ ਹਨ। ਕਹਿੰਦੇ ਇਦਾਂ ਦਾ ਮਾਹੌਲ ਹੈ ਬਾਬੇ ਦੀ ਨਗਰੀ ਵਿੱਚ, ਬਿਮਾਰੀ ਤਾਂ ਵੇਖਣ ਨੂੰ ਵੀ ਨਹੀਂ ਮਿਲਦੀ। ਬੜੇ ਤੰਦਰੁਸਤ ਮਨੁੱਖ ਹਨ, ਬੜਾ ਪ੍ਰੇਮ ਇੱਕ ਦੂਜੇ ਨਾਲ ਕਰਦੇ ਹਨ। ਔਰ ਕਹਿੰਦੇ ਸਾਰੇ ਪ੍ਰੇਮ ਨਾਲ ਦੋਵੇਂ ਟਾਈਮ ਪੂਜਾ ਪਾਠ ਕਰਦੇ ਹਨ, ਬੜੇ ਪ੍ਰੇਮੀ ਹਨ। ਇਹ ਪੁਰਾਣੀ ਯਾਦ ਆ ਗਈ ਅੱਜ ਸਾਧ ਸੰਗਤ ਕਿਤੇ ਪੋਥੀ 'ਚ। ਪੁਰਾਣੇ ਸੁਖੀ ਸੀ ਤਾਈਓ, ਕਿਉਂਕਿ ਪਤਾ ਕਿੰਨਾ ਪਿਆਰ ਸੀ। ਗੁਰਦੁਆਰੇ ਸਾਂਝਾ ਪਾਠ ਰੱਖਦੇ ਸੀ ਤੇ ਸਾਰੇ ਪਿੰਡ ਨੇ 3 ਦਿਨ ਉੱਥੇ ਰਹਿਣਾ, ਉੱਥੇ ਪ੍ਰਸ਼ਾਦਾ ਪੱਕਣਾ ਤੇ ਇੱਕ ਦੂਜੇ ਨਾਲ ਮੁਹੱਬਤ। ਹੁਣ ਤੇ ਵਿਚਾਰੇ ਬਾਬੇ ਦਾ ਗਲਾ ਬਹਿ ਜਾਂਦਾ, ਉਹ ਵਿਚਾਰਾ ਲੌਸਮੈਂਟ ਕਰਦਾ, ਭਰਾਵਾ ਸੇਵਾ ਨਹੀਂ ਕਰਨੀ, ਖੀਰ ਹੀ ਖਾ ਜਾਓ, ਆ ਸਬਜ਼ੀ ਦੇ ਪਤੀਲੇ ਭਰੇ ਲੈ ਹੀ ਜਾਓ। ਕਹਿੰਦੇ ਬਾਬਾ ਫਰਿੱਜਾਂ ਭਰੀਆਂ, ਫਿੱਟ ਗਏ ਅਸੀਂ ਮਾਫ ਕਰਿਓ। ਪੰਜਾਬੀ ਦਾ ਸ਼ਬਦ ਫਿੱਟ ਗਏ, ਪੈਸਾ ਹੀ ਇੰਨਾ ਆ ਗਿਆ, ਹੰਕਾਰ ਹੀ ਇੰਨਾ ਹੋ ਗਿਆ। ਕਹਿੰਦੇ ਲੈ ਅਸੀਂ ਮੰਗਤੇ ਗੁਰਦੁਆਰੇ ਦਾਲ ਲੈਣ ਜਾਈਏ, ਅਸੀਂ ਮੰਗਤੇ ਅਸੀਂ। ਇੱਕ ਕਹਿੰਦਾ ਜੀ, ਮੈਂ ਕਿਹਾ ਵਾਹਿਗੁਰੂ ਪ੍ਰਸ਼ਾਦਾ ਛਕੋ। ਨਹੀਂ ਵਾਹਿਗੁਰੂ ਇਹ ਤੁਹਾਡੇ ਲਈ ਆ ਬਾਬਿਓ, ਸਾਡੇ ਤੇ ਘਰ ਬਹੁਤ ਆ, ਵੇਖੋ ਕਿੰਨੀ ਕੋ। ਇਹ ਕਹਿੰਦੇ ਤੁਸੀਂ ਛਕੋ, ਅਸੀਂ ਤੇ ਘਰੋਂ ਛਕ ਕੇ ਆਏ। ਤੇ ਜੇ ਕੋਈ ਪੁੱਛੇ ਵੀ ਇਹ ਗੁਰੂ ਘਰ ਦਾ ਤੇ ਘਰੇ ਕਿਹਦਾ? ਹੰਕਾਰ ਆ ਨਾ। ਬੱਚੇ ਬਾਹਰ ਆ, 2.5-3 ਲੱਖ ਮਹੀਨੇ ਦਾ ਆ ਗਿਆ, ਬਸ ਸੋਨੇ ਦੀ ਰੋਟੀ ਖਾ ਸਕਦੇ। ਪਰ ਇਹ ਭੁੱਲ ਗਏ ਵੀ ਜੇ ਉੱਥੇ ਬੱਚੇ ਸਾਡੇ ਕਰ ਰਹੇ ਤੇ ਖਸਮ ਦਾ ਸਿਰ ਤੇ ਹੱਥ ਹੈ।
ਇਹ ਉਦੋਂ ਦੇ ਸਿਰ ਤੇ ਬੈਠਾ ਹੈ ਤੇ ਤੁਹਾਡੀਆਂ ਗੱਡੀਆਂ ਤੇ ਕਾਰਖਾਨੇ ਚੱਲਣ ਦੇ, ਪਰ ਦੁੱਖ ਲੱਗਦਾ ਜਦੋਂ ਕਹਿੰਦਾ ਨਹੀਂ ਜੀ ਇਹ ਤੁਹਾਡੇ ਵਾਸਤੇ, ਅਸੀਂ ਤੇ ਘਰੇ ਰੱਬ ਨੇ ਬੜਾ ਦਿੱਤਾ। ਇਹ ਗੱਲ ਹੰਕਾਰ 'ਚ ਬੋਲਦੀ ਮਹਾਰਾਜ ਦੇ ਬਚਨ ਮਹਾਂਪੁਰਖ। ਜਦੋਂ ਵੀ ਗੁਰੂ ਘਰ ਜਾਓ ਭਾਵੇਂ ਅੱਧਾ ਜਾਂ ਇੱਕ ਪ੍ਰਸ਼ਾਦਾ ਪੰਗਤ ਵਿੱਚ ਛਕੋ। ਕੀ ਹਿੰਦੁਸਤਾਨ ਦੇ ਬਾਦਸ਼ਾਹ ਨਾਲੋਂ ਅਮੀਰ ਆਪਾਂ? ਜਦੋਂ ਅਕਬਰ ਆਇਆ ਸੀ ਗੋਇੰਦਵਾਲ ਤੇ ਗੁਰੂ ਪਾਤਸ਼ਾਹ ਨੂੰ ਕਹਿੰਦਾ ਮਿਲਣਾ ਚਾਹਣਾ ਏ, ਤੇ ਗੁਰੂ ਅਮਰਦਾਸ ਕਹਿੰਦੇ ਸੀ ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਉਹਨੂੰ ਕਹੋ ਪਹਿਲਾਂ ਬੋਰੀ ਤੇ ਬਹਿ ਕੇ ਪ੍ਰਸ਼ਾਦਾ ਛਕੇ, ਫਿਰ ਅਸੀਂ ਮਿਲਾਂਗੇ। ਪਹਿਲੇ ਪੰਗਤ ਪਾਸੈ ਤੇ ਭਗਤ ਜੀ ਕਹਿੰਦੇ ਜੇ ਮਾਲਾ ਆਪਣੀ ਭੁੱਖੇ ਭਗਤ ਨਾ ਕੀ ਜਾ, ਕਹਿੰਦੇ ਭੁੱਖਿਆਂ ਤੋਂ ਨਹੀਂ, ਪਹਿਲਾਂ ਪ੍ਰਸ਼ਾਦਾ ਪਾਣੀ ਚੰਗਾ ਤੇ ਰੱਜ ਕੇ ਚੌਂਕੜਾ ਮਾਰਾਂਗੇ, ਆਖੋ ਵਾਹਿਗੁਰੂ। ਇਸ ਕਰਕੇ ਕਵੀ ਜੀ ਕਹਿੰਦੇ ਹਨ ਕਿ ਬੜਾ ਨਗਰਾਂ 'ਚ ਪਿਆਰ ਸੀ, ਮੁਹੱਬਤ ਸੀ। ਇੱਥੇ ਇੱਕ ਸਿੰਘ ਬਾਹਰੋਂ ਆਇਆ, ਕਹਿੰਦੇ ਜੀ ਕਿੰਨੇ ਨਗਰ ਲਾਗੇ ਵਸਦੇ ਤੇ ਸੰਗਤ ਆਈ ਕੋਈ ਨਹੀਂ ਅੱਜ ਮੱਸਿਆ, ਇੱਥੇ ਤਾਂ ਬੜੀ ਸੰਗਤ ਆਉਣੀ ਚਾਹੀਦੀ। ਮੈਂ ਕਿਹਾ ਭਾਈ ਇੱਥੇ ਪੈਸੇ ਵਾਲੇ ਵਸਦੇ ਨੇ, 4-4 ਏਸੀ ਲੱਗੇ ਨੇ ਘਰਾਂ 'ਚ, ਗੱਡੀਆਂ 'ਚ ਏਸੀ ਨੇ, ਤੇ ਰੰਗ ਬੜੇ ਗੋਰੇ ਆ, ਤੇ ਜਦੋਂ ਗੁਰਦੁਆਰੇ ਆਏ ਰੰਗ ਕਾਲਾ ਹੋ ਜਾਂਦਾ, ਸਤਨਾਮ ਬੜਾ ਔਖਾ ਪਸੀਨਾ ਆਉਂਦਾ, ਸੁੱਖ ਬੜੇ ਹੈ। ਤੇ ਮਹਾਰਾਜ ਕਹਿੰਦੇ ਜੇਤੇ ਰਸ ਸਰੀਰ ਕੇ ਤੇਤੇ ਲੱਗਿਆ ਦੁੱਖ। ਮਹਾਰਾਜ ਕਹਿੰਦੇ ਕਿਤੇ ਯਾਦ ਕਰੋ ਜਿਨ੍ਹਾਂ ਨੇ 1.25 ਮਣ ਦੇ ਪੀਸਨੇ ਪੀਸੇ, ਬੰਦ ਬੰਦ ਕਟਾਏ, ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਪੁੱਠੀਆਂ ਖੱਲਾਂ ਲਵਾਈਆਂ, ਅੱਜ ਸੱਚਖੰਡ ਬੈਠੇ, ਇੱਥੇ ਤੁਸੀਂ ਸੁੱਖ ਲੈ ਲਓ, ਮੁੜ ਕੇ ਨਰਕਾਂ 'ਚ ਤੁਰੇ ਫਿਰ। ਇਹ ਸਰੀਰ ਨੂੰ ਜਿੰਨੇ ਅੱਜ ਤੰਗੀ ਦੇ ਲਈ ਮੁੜ ਕੇ ਸੌਖਾ ਰਵੇਗਾ। ਜੇ ਅੱਜ ਐਸ਼ਾਂ ਪ੍ਰਸਤੀਆਂ ਕੀਤੀਆਂ ਤੇ ਫਿਰ ਅਗਲੇ ਪਾਸੇ ਨਰਕ ਹੈ, ਉੱਥੇ ਫਿਰ ਕਿਸੇ ਨੇ ਪੁੱਛਣਾ। ਮਹਾਰਾਜ ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ, ਡਰਾਵਣਾ ਕਰ ਅਵਗਣ, ਫਿਰ ਰੋਵੇਂਗਾ ਪਛਤਾਵੇਂਗਾ, ਪਰ ਮੁੜ ਕੇ ਤੇਰੀ ਕੋਈ ਬਾਤ ਨਹੀਂ ਪੁੱਛੇਗਾ। ਵੰਸ਼ ਬਸੈ ਤਨ ਧਾਰੀ, ਕਹਿੰਦੇ ਵੇਦੀ ਵੰਸ਼ ਸ਼ਸਤਰ ਧਾਰੀ ਜਿਹੜੇ ਹਨ ਉੱਥੇ ਵਸਦੇ ਹਨ। ਯੁੱਧ ਵੇਦ ਕਾਜ ਨੇ ਸੁਧਾਰੀ, ਜਿਨ੍ਹਾਂ ਨੂੰ ਯੁੱਧ ਦੀ ਵਿਦਿਆ ਦਾ ਬੜਾ ਜ਼ਿਆਦਾ ਗਿਆਨ ਹੈ। ਕਾਲ ਕਾ ਪਾਵਕ ਕੁੰਡਾ, ਔਰ ਕਹਿੰਦੇ ਹਨ ਕਿ ਭਾਵ ਬੜੇ ਮਹਾਨ ਜਗ ਕਰਦੇ ਹਨ। ਜਗ ਥੰਬ ਸੇ ਸੋਭਤ ਝੰਡਾ, ਕਹਿੰਦੇ ਉਹਨਾਂ ਦੇ ਝੰਡੇ ਝੁੱਲਦੇ ਹਨ, ਭਾਵ ਏਡੇ ਸੂਰਬੀਰ ਯੋਧੇ ਹਨ। ਪਰ ਸਮਕਾ ਤੁਰਤਾ ਖੋਏ, ਔਰ ਕਹਿੰਦੇ ਜਿੱਦਾਂ ਜਗ ਕਰਤਾ ਨੇ ਸੂਮਤਾ ਛੱਡਣੀ ਹੁੰਦੀ ਹੈ। ਮਾਰਨ ਕੇ ਕੀਨ ਸਰੋਏ, ਕਹਿੰਦੇ ਇਸੇ ਤਰ੍ਹਾਂ ਜਗ ਦੇ ਕਰਤਵ ਕਾਇਰਤਾ ਛੱਡ ਦਿੱਤੀ ਹੈ, ਭਾਵ ਜਿਹੜੀ ਅੰਦਰ ਦੀ ਨਮੁਰਦਾਪਣ ਹੈ ਉਹ ਦੂਰ ਕਰ ਦਿੱਤਾ ਹੈ। ਔਰ ਕਹਿੰਦੇ ਇਸੇ ਤਰ੍ਹਾਂ ਲੋਕੀ ਜਗ ਦੇ ਵਿੱਚ ਚਮਚਿਆਂ ਦੇ ਨਾਲ ਜਿੱਦਾਂ ਘਿਓ ਪਾਉਂਦੇ ਹਨ। ਕਹਿੰਦੇ ਇਹਨਾਂ ਲੋਕਾਂ ਦੇ ਤਲਵਾਰਾਂ ਦੇ ਚਮਚੇ ਨੇ, ਮਾਸ ਦੀ ਅਹੂਤੀ ਹੈ ਕਿ ਘਿਓ ਦੀ ਥਾਂ ਤੇ ਲਹੂ ਡੋਲਿਆ ਜਾਂਦਾ ਹੈ। ਇਹ ਖੱਤਰੀਆਂ ਦਾ ਧਰਮ ਦੱਸਿਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਦੀ ਨਗਰੀ ਦੇ ਦਰਸ਼ਨ ਕਰ ਰਹੇ ਆਪਾਂ ਰੋਜ਼ ਥੋੜ੍ਹੇ ਥੋੜ੍ਹੇ। ਜਿਸ ਤਰ੍ਹਾਂ ਗੁਰੂ ਮਹਾਰਾਜ ਬਲ ਬਖਸ਼ਦੇ ਨੇ, ਆਪ ਸੰਗਤਾਂ ਧੰਨਵਾਦੀ ਹੋ ਜਿਹੜੇ ਪ੍ਰੇਮ ਭਾਵਨਾ ਦੇ ਨਾਲ ਮਹਾਰਾਜ ਦੀ ਗੋਦੀ 'ਚ ਆ ਕੇ ਬਹਿੰਦੇ ਹੋ। ਇਹੀ ਘੜੀ ਸਫਲੀ ਹੈ। ਸਤਿਗੁਰੂ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੰਦੇ ਨੇ। ਆਓ 2 ਮਿੰਟ ਮਹਾਰਾਜ ਸਾਹਿਬ ਦੇ ਪ੍ਰੇਮ 'ਚ ਜੁੜੀਏ। 12 ਤਰੀਕ ਨੂੰ ਖੰਡ ਜਾਪ ਆਰੰਭ ਹੋਣੇ, ਕੱਲ੍ਹ ਨੂੰ 11 ਹੈ ਅਤੇ 12 ਤਰੀਕ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 14 ਤਰੀਕ ਨੂੰ ਮਨਾਇਆ ਜਾਣਾ। ਧੰਨ ਮੇਰੇ ਪਾਤਸ਼ਾਹ ਕਿੰਨਾ ਕੁ ਪਿਆਰ ਕਰਦੇ ਆਪਾਂ ਨੂੰ, ਇਹ ਕਹਿ ਨਹੀਂ ਮੈਂ ਸਕਦਾ। ਚਲੋ ਗੁਰੂ ਮਹਾਰਾਜ ਜੀ ਦੇ 'ਤੇ ਕਿਰਪਾ ਕਰਦੇ, ਉਹਨੂੰ ਹੀ ਆਪਦੇ ਘਰ ਸਾਦੇ, ਦੂਜਾ ਨਹੀਂ ਆ ਸਕਦਾ। ਗਰਮੀ ਬੜੀ ਵੈਸੇ, ਪਰ ਮੇਰੇ ਗੁਰੂ ਵੱਲ ਜਦੋਂ ਵੇਖੀਦਾ ਤੇ ਪਾਤਸ਼ਾਹ ਮਹਾਰਾਜ ਆਪਣੇ ਕਰਕੇ ਤਵੀ 'ਤੇ ਬੈਠੇ, ਕਿਉਂਕਿ ਜੇ ਰਿਸ਼ਤੇ ਦਾ ਜਵਾਬ ਦਿੱਤਾ ਤੇ ਉਹ ਵੀ ਸੰਗਤਾਂ ਕਰਕੇ। ਸੰਗਤ ਨੇ ਕਹਿਤਾ ਸੀ ਮਹਾਰਾਜ ਆਪਾਂ ਨਹੀਂ ਰਿਸ਼ਤਾ ਲੈਣਾ ਚੰਦੂ ਦਾ, ਇਹਨੇ ਗੁਰੂ ਘਰ ਨੂੰ ਮੋਰੀ ਕਿਹਾ ਹੈ। ਮਹਾਰਾਜ ਕਹਿੰਦੇ 7 ਵਚਨ ਸੰਗਤ ਜੀ ਤੁਹਾਡੇ ਲਈ ਹਾਜ਼ਰ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਾਵਟ ਕਰਨ ਦੀ ਗੱਲ ਚੱਲੀ, ਜਾਂ ਉਹਨਾਂ ਨੇ ਕਿਹਾ ਵੀ ਇਹਨੂੰ ਤੁਸੀਂ ਤਖਤ ਤੋਂ ਲਾ ਦਿਓ, ਅਸੀਂ ਨਹੀਂ ਇਹ ਚੀਜ਼ ਹੋਣ ਦੇਣੀ, ਇਹ ਝੂਠ ਦੀ ਦੁਕਾਨ, ਇੱਦਾਂ ਕਰਕੇ ਵੀ ਪਾਪੀਆਂ ਨੇ ਬਚਨ ਵਰਤੇ ਮਹਾਰਾਜ ਨੂੰ ਵੀ ਤੁਸੀਂ ਇਹ ਦੁਕਾਨ ਚਲਾਈ ਆ ਪ੍ਰਕਾਸ਼ ਕਰਕੇ ਸੰਗਤਾਂ ਮੱਥੇ ਟੇਕਦੀਆਂ। ਅੱਜ ਵੀ ਕਈ ਨਾਸਤਿਕ ਬੋਲਦੇ ਹੀ ਆ ਵੀ ਗੁਰੂ ਗ੍ਰੰਥ ਸਾਹਿਬ 'ਤੇ ਪੈਸੇ ਇਕੱਠੇ ਕਰਨ ਨੂੰ ਰੱਖਿਆ ਬਾਬਿਆਂ। ਅੱਜ ਵੀ ਪਾਪੀ ਹੈਗੇ ਬਹੁਤ ਪਿਆਰਿਓ। ਆਪਾਂ ਕੀ ਦੇ ਸਕਦੇ ਇਹਨੂੰ? ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਗੁਰਦੇ ਫੇਲ ਹੋ ਗਏ, ਪੁੱਛੋ ਉਹਨਾਂ ਨੂੰ ਜਿਨ੍ਹਾਂ ਦਾ ਬਲੱਡ ਮਹੀਨੇ ਬਾਅਦ ਚੇਂਜ ਹੁੰਦਾ, ਪੁੱਛੋ ਉਹਨਾਂ ਨੂੰ ਜਿਨ੍ਹਾਂ ਨੂੰ 1.25 ਲੱਖ ਦਾ ਟੀਕਾ ਲੱਗਦਾ,
ਉਹ ਪਿਆਰਿਆ ਕਦੇ ਹੰਕਾਰ ਨਾ ਕਰੀ, ਇਹ ਮਹਾਰਾਜ ਦੇ ਅੱਗੇ ਝੁਕਿਆ ਕਰ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਦੇਂਦੇ ਤੋਟ ਨਾ ਆਵਈ। ਪੁੱਛੋ ਉਹਨਾਂ ਨੂੰ ਜਿਹੜੇ ਮੰਜੇ ਤੋਂ 4-4 ਫੁੱਟ ਬੁੜਕ ਬੁੜਕ ਵੱਜਦਾ ਹੈ, ਇੰਨੀ ਹਾਲਤ ਹੈ। ਇੱਥੇ ਆਉਂਦਾ ਹੀ ਹੈ ਕਰੂ ਆਪਣੇ ਕੋ ਰੋਜ਼, ਸਵੇਰੇ ਵੀ ਆਉਂਦੀ ਐ, ਇਸ ਵੇਲੇ ਵੀ, ਤੇ ਇੱਦਾਂ ਲੱਤਾਂ ਥਾਣੀ ਕੰਨ ਫੜ ਕੇ ਤੇ ਕਿੰਨਾ ਕੁ ਰੋ ਕੇ ਇੱਥੋਂ ਬਾਹਰ ਨਿਕਲੀਦਾ, ਬਾਬਾ ਜੀ ਮੇਰਾ ਖਹਿੜਾ ਛੁਡਾ ਦੇ। ਅਰਦਾਸ ਕਰੋ ਸਾਧ ਸੰਗਤੋ, ਕਿੰਨਾ ਕੁ ਕੋਈ ਪਰੇਸ਼ਾਨ ਹੁੰਦਾ ਜਿਹੜਾ ਆਪਣੀ ਮੌਤ ਆਪ ਮੰਗਦਾ ਏ। ਇਸ ਕਰਕੇ ਸ਼ੁਕਰ ਕਰਿਆ ਕਰੋ, ਸਤਿਗੁਰੂ ਤੰਦਰੁਸਤੀ ਦਿੱਤੀ ਹੈ। ਸੋ ਵੱਧ ਤੋਂ ਵੱਧ ਭਾਈ ਰਸਤਾਂ ਬਸਤਾਂ ਗੁਰੂ ਮਹਾਰਾਜ ਦੇ ਜਿੰਨੀ ਕੁ ਜੋਗਾ ਕੋਈ ਹੈ ਉਹਨਾਂ ਕੁ ਆਪਣਾ ਦਸਵੰਧ ਕੱਢ ਕੇ ਮਹਾਰਾਜ ਸਾਹਿਬ ਦੀ ਸੰਗਤ ਵਾਸਤੇ ਸੇਵਾ ਕਰਿਆ ਕਰੋ। ਮਹਾਰਾਜ ਕਹਿੰਦੇ ਸੇਵਾ ਤੇ ਸਿਮਰਨ ਦੋ ਖੰਭ ਹੈ ਜਿਹੜੇ ਆਪਾਂ ਨੂੰ ਰੱਬ ਦੇ ਘਰ ਲੈ ਕੇ ਜਾਣਗੇ। ਇੱਥੇ ਤੇ ਦੁੱਖ ਹੀ ਦੁੱਖ ਆ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚੇਤੇ ਉਦਾਸ, ਥੋੜ੍ਹੇ ਥੋੜ੍ਹੇ ਸਾਰੇ ਦੁਖੀ, ਇੱਕ ਸੁਖੀ ਰੱਬ ਦੇ। ਕੋਈ ਪਤੀ ਵੱਲੋਂ ਦੁਖੀ, ਕੋਈ ਪਤਨੀ ਵੱਲੋਂ ਦੁਖੀ, ਕੋਈ ਬੱਚਿਆਂ ਵੱਲੋਂ ਦੁਖੀ, ਕੋਈ ਗਰੀਬੀ ਵੱਲੋਂ ਦੁਖੀ, ਕੋਈ ਬਿਮਾਰੀ ਵੱਲੋਂ ਦੁਖੀ ਹੈ। ਮਹਾਰਾਜ ਕਹਿੰਦੇ ਨਾਨਕ ਦੁਖੀਆ। ਇਸੇ ਕਰਕੇ ਕਹਿੰਦੇ ਵੀ ਆ ਜਾ, ਤੇਰੇ ਵਾਰ-ਵਾਰ ਦੁੱਖਾਂ ਦੀ ਜ਼ਿੰਦਗੀ ਨੂੰ ਮੈਂ, ਪਰੇਸ਼ਾਨੀ ਨੂੰ ਖਤਮ ਕਰਕੇ ਤੈਨੂੰ ਸੱਚਖੰਡ ਭੇਜ ਦਿਆਂ। ਇਹ ਤਾਂ ਪਾਠ ਪੂਜਾ ਕੀਰਤਨ ਦਿੱਤਾ ਮਹਾਰਾਜ ਨੇ ਵੀ ਰੋਜ਼ ਤੜਫਦਾ ਦਿਨੇ ਰਾਤ, ਅੱਜ ਤਕੜਾ ਹੋ ਕੇ ਬੰਦਗੀ ਕਰ ਲਾ, ਮੁੜ ਕੇ ਤੈਨੂੰ ਬੇਗਮਪੁਰਾ ਸ਼ਹਿਰ ਆ। ਭਗਤ ਰਵਿਦਾਸ ਜੀ ਕਹਿੰਦੇ ਉੱਥੇ ਪੱਕੀ PR ਮਿਲ ਜਾਣੀ। ਉਹ ਸ਼ਹਿਰ ਵਿੱਚ ਕਰਮਾਂ ਵਾਲੇ ਜਾਂਦੇ, ਬੇਗਮਪੁਰਾ ਸ਼ਹਿਰ ਕੋ ਨਾਓ, ਜਿੱਥੇ ਕੋਈ ਗਮ ਹੀ ਨਹੀਂ। ਆਹ ਤਾਂ ਸਾਰੇ ਸ਼ਹਿਰ ਗਮਾਂ ਨਾਲ ਭਰੇ। ਅਮਰੀਕਾ 'ਚ ਫੋਨ ਕਰ ਲਓ, ਕੈਨੇਡਾ 'ਚ ਪੁੱਛ ਲਓ ਵੀ ਇੱਥੇ ਗਮ ਹੈਗੇ, ਉਹ ਕਹਿੰਦੇ ਇੱਥੇ ਜ਼ਿਆਦੇ ਜੇ ਕੰਮ ਮਿਲਦਾ ਤੇ ਤਾਂ ਵੀ ਟੈਨਸ਼ਨ ਹੈ, ਤੇ ਜੇ ਨਹੀਂ ਮਿਲਦਾ ਤੇ ਤਾਂ ਵੀ ਟੈਨਸ਼ਨ ਹੈ। ਜੇ ਮਿਲ ਗਿਆ ਤੇ ਪਤਾ ਕਰਨਾ ਪੈਣਾ, ਰੋਟੀ ਦਾ ਵੀ ਟਾਈਮ ਨਹੀਂ, ਜੇ ਨਹੀਂ ਮਿਲਿਆ ਤੇ ਪਤਾ ਟੈਕਸ ਪੈਣ ਦੇ, ਜਾਣਾ ਕਿਤੇ ਹੈ। ਪਰ ਆਪਾਂ ਉਸ ਘਰ ਵਾਸਤੇ ਰੋਜ਼ ਜੁੜਦੇ ਜਿਹਨੂੰ ਮਾਰੇ ਕਹਿੰਦੇ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ। ਉਸ ਘਰ ਜਾਣ ਵਾਸਤੇ ਕਮਾਈ ਕਰਨੀ ਪੈਣੀ। ਉਹ ਕਿਹੜੀ ਕਮਾਈ ਹੈ? ਆਓ ਅੱਜ ਅਮਾਵਸ ਹੈ, 5 ਮਿੰਟ ਤੁਹਾਡੇ ਵੱਧ ਲੈਣੇ, ਸਾਰੇ ਜੁੜੋ ਪਿਆਰ ਦੇ ਨਾਲ। ਵਾਹਿਗੁਰੂ 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 ਵਾਹਿਗੁਰੂ। ਉੱਚੀ ਸਾਰੇ ਜਪੋ। ਜੀਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, 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 ਜਪਿਓ
ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਸਾਰੀ ਸੰਗਤ ਬਾਹਰ ਠੰਡੇ ਮਿੱਠੇ ਜਲ ਦੀ ਛਬੀਲ ਲੱਗੀ ਹੈ, ਜਲ ਛਕ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ